ਵਾਹਿਗੁਰੂ ਜੀ। ਸਾਰੰਗ ਮਹਿਲਾ ਤੀਜਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਜਨਮ ਜਨਮ ਕੇ ਕਿਲ ਵਿਖ ਭਉ ਭੰਜਨ, ਗੁਰਮੁਖ ਏਕੋ ਡੀਠਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਜਨਮ ਜਨਮ ਕੇ ਕਿਲ ਵਿਖ ਭਉ ਭੰਜਨ, ਗੁਰਮੁਖ ਏਕੋ ਡੀਠਾ। ਰਹਾਉ। कोट कुटंत्र के पाप विनाशन, हर साचा मन पाया, हर बिन अवर न सूझै दूजा, सतगुर एक बुझाया। प्रेम पदार्थ जिन घट वसिया, सहजे रहे समाई, शब्द रते से रंग चुलूले, राते सहज सुभाई। रसना शब्द विचार रस राती, लाल भई रंग लाई। राम नाम नेह केवल जानिया, मन तृप्तिया शांत आई। पंडित पढ़ पढ़ मोनी सब थाके, परम पेख थके पेख तारी। गुर प्रसाद निरंजन पाया, साचै शब्द विचारी। आवा गौण निवार सच राते, साच शब्द मन पाया। सतगुर सेव सदा सुख पाइयै, जिन विचों आप गवाया। साचे शब्द सहज धुन उपजै, मन साचे लिव लाई। अगम अगोचर नाम निरंजन, गुरमुख मन वसाई। एक समय सब जग तो वरतै, विरला एक पछाणै। शब्द मरै तां सब किछ सूझै, अन दिन एको जाणै। जिसनो नदर करे सोई जन बूझै, होर कहना कथन न जाई। नानक नाम रते सदा बैरागी, एक शब्द लिव लाई। जिसनो नदर करे सोई जन बूझै, होर कहना कथन न जाई। नानक नाम रते सदा बैरागी, एक शब्द लिव लाई। वाहिगुरु जी का खालसा, वाहिगुरु जी की फतेह। चबर छत्र तख दे मालिक सतगुरु, जुगो जुग अटल सर्ब कला समरथ। धन श्री गुरु ग्रंथ साहिब जी की पावन पवित्र हजूरी का आनंद माण रहे परम सत्कार जो गुरु खालसा साध संगत जीओ। अमृत वेले सतगुरु जी की पवित्र गोद विच बैठ के गुरबाणी कीर्तन का आनंद आप जी ने माणे। सत संगत विच बैठ के ये घड़ियां सफल बनाने का सुभाग प्राप्त होया है। श्री गुरु ग्रंथ साहिब जी की पवित्र बाणी की कथा विचार हर रोज जो आप जी सरवण करते हो, उस दे नाल संबंधित सतगुरु जी के ये पावन बचन सारंग राग विचों आप जी सरवण कर रहे सी।
ਇਹ ਮੁੱਖ ਵਾਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਜਿਸ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਵਾਹਿਗੁਰੂ ਜੀ ਦੇ ਨਾਮ ਦੀ ਕੀਤੀ ਹੈ। ਜਿਸ ਮਨੁੱਖ ਦੀ ਨਾਮ ਨਾਲ ਪ੍ਰੀਤ ਬਣ ਜਾਏ ਉਹ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਪਰ ਨਾਮ ਨਾਲ ਪਿਆਰ ਬਣੇ ਕਿਵੇਂ, ਪ੍ਰਮਾਤਮਾ ਨਾਲ ਸਾਂਝ ਬਣੇ ਕਿਵੇਂ? ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਰੰਵਾਰ ਸਾਨੂੰ ਇਹ ਸੋਝੀ ਦਿੱਤੀ ਹੈ, ਗੁਰੂ ਤੋਂ ਬਿਨਾਂ ਕੋਈ ਸਾਨੂੰ ਪ੍ਰਮਾਤਮਾ ਦੇ ਪਿਆਰ 'ਚ ਨਹੀਂ ਜੋੜ ਸਕਦਾ। ਸਤਿਗੁਰੂ ਜੀ ਦੇ ਬਚਨ ਨੇ ਕਿ ਬਾਹਰੀ ਤੌਰ ਤੇ ਮਨੁੱਖ ਜਿੰਨਾ ਮਰਜ਼ੀ ਸਿਆਣਾ ਹੋ ਜਾਏ, ਜਿੰਨਾ ਮਰਜ਼ੀ ਯਤਨ ਕਰ ਲਏ, ਲੇਕਿਨ ਆਤਮਿਕ ਪੱਖ ਤੋਂ ਉਹ ਅਗਿਆਨਤਾ ਚ ਰਹੇਗਾ, ਹਨੇਰੇ ਚ ਰਹੇਗਾ, ਜੇ ਉਹਦੇ ਪਾਸ ਗੁਰੂ ਦਾ ਦਿੱਤਾ ਗਿਆਨ ਨਹੀਂ ਹੈ। ਅਸਾਂ ਕੀ ਵਾਰ ਚ ਗੁਰੂ ਕੇ ਬਚਨ ਪੜ੍ਹਦੇ ਹਾਂ ਕਿ ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਹਜ਼ਾਰਾਂ ਹੀ ਸੂਰਜ ਭਾਵੇਂ ਪ੍ਰਕਾਸ਼ ਹੋ ਜਾਣ ਆਕਾਸ਼ ਮੰਡਲ ਚ, ਸੈਂਕੜੇ ਚੰਦਰਮਾ ਰਾਤ ਨੂੰ ਪ੍ਰਕਾਸ਼ ਹੋ ਜਾਣ, ਪਰ ਜੇ ਗੁਰੂ का ਗਿਆਨ ਨਹੀਂ ਸਾਡੇ ਕੋਲ ਤੇ ਸਾਡੇ ਅੰਦਰ ਹਨੇਰਾ ਰਹੇਗਾ। ਇਹ ਬਾਹਰਲਾ ਪ੍ਰਕਾਸ਼ ਬਾਹਰ ਦੀ ਸਾਨੂੰ ਰੋਸ਼ਨੀ ਦੇ ਸਕਦਾ ਹੈ, ਬਾਹਰਲਾ ਜੋ ਜਾਣਕਾਰੀ ਇਹ ਸਾਨੂੰ ਬਾਹਰ ਬਾਰੇ ਕੁਝ ਸੋਝੀ ਦੇ ਸਕਦੀ ਹੈ, ਪਰ ਪਰਮਾਤਮਾ ਨਾਲ ਜੁੜਨ ਦੀ ਜੋ ਸੋਝੀ ਹੈ ਉਹ ਗੁਰੂ ਪਾਸੋਂ ਆ ਕੇ ਪ੍ਰਾਪਤ ਹੋਏਗੀ। ਭੱਟਾ ਨੇ ਆਪਣੀ ਰਚਨਾ 'ਚ ਇਸੇ ਗੱਲ ਨੂੰ ਦ੍ਰਿੜ ਕਰਾਉਂਦਿਆਂ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾਂ ਮਨੁੱਖ ਨੂੰ ਸੋਝੀ, ਸੁਰਤ ਜਾਂ ਦੁੱਖਾਂ ਤੋਂ ਮੁਕਤੀ ਜਾਂ ਇਵੇਂ ਕਹਿ ਲਓ ਜ਼ਿੰਦਗੀ ਦਾ ਗਿਆਨ, ਧਿਆਨ ਧਰਨ ਦੀ ਸੋਝੀ ਪ੍ਰਾਪਤ ਹੀ ਨਹੀਂ ਹੋਣੀ। ਗੁਰੂ ਤੋਂ ਬਿਨਾਂ ਮਨੁੱਖ ਹਨੇਰੇ ਵਿੱਚ ਰਹਿੰਦਾ ਹੈ। ਜਦੋਂ ਗੁਰੂ ਦੀ ਗੱਲ ਆਉਂਦੀ ਹੈ ਕਈ ਵਾਰ ਕਈ ਲੋਕ ਸੋਚਦੇ ਨੇ ਕੋਈ ਮਨੁੱਖ ਹੀ ਗੁਰੂ ਬਣ ਜਾਏਗਾ, ਤੇ ਧਰਮ ਦੀ ਦੁਨੀਆ 'ਚ ਬਹੁਤ ਲੋਕ ਨੇ ਜਿਹੜੇ ਸਰੀਰਾਂ ਦੇ ਪੁਜਾਰੀ ਨੇ। ਸਰੀਰਾਂ ਤੋਂ ਅੱਗੇ ਆਪਾਂ ਦੇਖਦੇ ਕੋਈ ਤਸਵੀਰਾਂ ਦੇ ਪੁਜਾਰੀ ਨੇ, ਕੋਈ ਮੂਰਤੀਆਂ ਦੇ ਪੁਜਾਰੀ ਨੇ। ਮਨੁੱਖ ਦੀ ਮਨੁੱਖ ਪੂਜਾ ਕਰੇ ਇਹ ਤੇ ਗੱਲ ਵੱਖਰੀ ਹੈ। ਮਨੁੱਖ ਤਾਂ ਇੰਨਾ ਹਨੇਰੇ ਵਿੱਚ ਚਲਿਆ ਗਿਆ, ਉਹਨੇ ਪਸ਼ੂਆਂ ਨੂੰ ਰੱਬ ਮੰਨਣਾ ਸ਼ੁਰੂ ਕਰਤਾ, ਪਸ਼ੂਆਂ ਦੀ ਪੂਜਾ ਸ਼ੁਰੂ ਕਰਤੀ, ਪੱਥਰਾਂ ਦੀ ਪੂਜਾ ਸ਼ੁਰੂ ਕਰਤੀ। ਬਹੁਤ ਕੁਝ ਆਪਾਂ ਦੇਖਦੇ ਧਰਮ ਦੀ ਦੁਨੀਆ 'ਚ ਹੋ ਰਿਹਾ ਹੈ। ਸਤਿਗੁਰੂ ਜੀ ਨੇ ਇਹ ਗੱਲ ਕਹਿਣੀ ਪਈ ਕਿ ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਗਿਆਨ ਤੋਂ ਹੀਣਾ ਮਨੁੱਖ ਜਿਹੜਾ ਨਾ ਅਗਿਆਨਤਾ ਦੀ ਪੂਜਾ ਕਰੀ ਚਲੀ ਜਾ ਰਹੀ ਹੈ। ਦੁਨੀਆ 'ਚ ਅਸੀਂ ਕਿਸੇ ਵੀ ਪਾਸੇ ਤੇ ਵਿਚਰਨੇ ਤੇ ਉਹਦੇ ਲਈ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਸੋਝੀ ਹੋਣੀ ਚਾਹੀਦੀ ਹੈ। ਅਸੀਂ ਕਿਸੇ ਵਪਾਰ 'ਚ ਪੈਣਾ, ਉਹਦੇ ਲਈ ਕਿੰਨੀ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਅਸੀਂ ਕਿਸੇ ਹੋਰ ਗਿਆਨ ਵਾਲੇ ਪਾਸੇ ਪੈਣਾ ਹੈ, ਕੋਈ ਸਿੱਖਣਾ ਹੈ, ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਕੁਝ ਵੀ ਬਣਨਾ ਹੈ, ਉਹਦੇ ਲਈ ਸਾਨੂੰ ਬਹੁਤ ਜਾਣਕਾਰੀ ਲੈਣੀ ਪੈਂਦੀ ਹੈ। ਇਹ ਗੁਰਬਾਣੀ ਕਹਿੰਦੀ ਪਰਮਾਤਮਾ ਵਾਲੇ ਬੰਨੇ ਲੱਗਣ ਲਈ ਵੀ ਸਾਨੂੰ ਅਕਲ ਚਾਹੀਦੀ ਹੈ, ਸੋਝੀ ਚਾਹੀਦੀ ਹੈ। ਗੁਰੂ ਕੇ ਪਵਿੱਤਰ ਬਚਨ ਕੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੇ ਦਾਨ। ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸੈਤਾਨ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੀ ਸੇਵਾ ਕਰਨੀ ਤੇ ਉਹਦੇ ਲਈ ਵੀ ਸੋਝੀ ਚਾਹੀਦੀ, ਅਕਲ ਚਾਹੀਦੀ ਹੈ। ਸ਼ਰਧਾ ਬੜੀ ਉੱਤਮ ਚੀਜ਼ ਹੈ, ਭਾਵਨਾ ਬੜੀ ਚੰਗੀ ਗੱਲ ਹੈ, ਪਰ ਭਾਵਨਾ ਕਿਹਦੇ ਤੇ ਹੈ, ਕਿਸ ਪ੍ਰਤੀ, ਇਹ ਵੀ ਦੇਖਣਾ ਪਏਗਾ ਨਾ। ਕੋਈ ਕਹੇ ਜੀ ਮੈਨੂੰ ਪਿਆਸ ਲੱਗੀ ਹੈ, ਉਹ ਰੇਤ ਤੇ ਹੀ ਭਾਵਨਾ ਰੱਖੀ ਜਾਏ। ਕੋਈ ਕਹੇ ਕਿ ਮੈਂ ਆਪਣੀ ਮੰਜ਼ਿਲ ਨੂੰ ਤੈਅ ਕਰਨਾ ਹੈ, ਉਹ ਬੈਠੇ ਅੱਖਾਂ ਮੀਟ ਕੇ ਬੈਠ ਜਾਏ, ਉਹਦੇ ਲਈ ਤੇ ਤੁਰਨਾ ਪਏਗਾ। ਇਸੇ ਤਰੀਕੇ ਨਾਲ ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਦੀ ਸੇਵਾ ਵੀ ਕਰਨੀ ਹੈ, ਉਹਦੇ ਲਈ ਸੋਝੀ ਚਾਹੀਦੀ ਹੈ, ਪਰਮਾਤਮਾ ਦਾ ਗਿਆਨ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕੋਲ ਜਦੋਂ ਅਸੀਂ ਜਾਂਦੇ ਹਾਂ, ਸਤਿਗੁਰੂ ਜੀ ਸਾਨੂੰ ਗਿਆਨ ਦਿੰਦੇ ਨੇ, ਕੁਝ ਬਚਨ ਬਖਸ਼ਿਸ਼ ਕਰਦੇ ਜਿਹਨੂੰ ਅਸੀਂ ਸ਼ਬਦ ਕਹਿੰਦੇ ਹਾਂ। ਇਹੀ ਕਾਰਨ ਕਿ ਮਨੁੱਖਤਾ ਸਰੀਰਾਂ ਨਾਲ ਨਾ ਜੁੜ ਜਾਏ ਕਿਤੇ, ਸਤਿਗੁਰੂ ਜੀ ਨੇ ਗਿਆਨ ਨੂੰ ਗੁਰੂ ਕਿਹਾ, ਸ਼ਬਦ ਨੂੰ ਗੁਰੂ ਕਿਹਾ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਸ਼ਬਦ ਗੁਰੂ ਸੁਰਤੋਂ ਚੇਲਾ। ਗੁਰੂ ਕੀ ਇੱਕ ਬਚਨ ਪੜ੍ਹਦੇ, ਗਿਆਨ ਗੁਰੂ ਆਤਮ ਉਪਦੇਸੋ। ਗਿਆਨ ਗੁਰੂ ਹੈ, ਜੋ ਸਾਨੂੰ ਮਿਲਦਾ ਹੈ ਨਾ ਗੁਰੂ ਪਾਸੋਂ, ਉਹ ਗਿਆਨ ਗੁਰੂ ਹੈ।
ਸਰੀਰ ਇੱਕ ਸਾਧਨ ਹੈ ਉਸ ਗਿਆਨ ਦਾ। ਜਦੋਂ ਅਸੀਂ ਗਿਆਨ ਦੀ ਗੱਲ ਕਰਾਂਗੇ ਤੇ ਉਹ ਗਿਆਨ ਗੁਰੂ ਕੇ ਸ਼ਬਦ ਤੋਂ ਮਹਾਨ ਕੌਣ ਦੇ ਸਕਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਗਿਆਨ ਸਾਨੂੰ ਕੌਣ ਦੇ ਸਕਦਾ ਹੈ? ਬੜੀ ਇਮਾਨਦਾਰੀ ਦੇ ਨਾਲ ਆਪਾਂ ਦੁਨੀਆ ਦੇ ਹੋਰ ਵੀ ਧਰਮ ਗ੍ਰੰਥ ਪੜ੍ਹੀਏ, ਚੰਗੀ ਗੱਲ ਹੈ। ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜਾਂਗੇ, ਸਤਿਗੁਰੂ ਜੀ ਦੀ ਵਿਲੱਖਣਤਾ ਦਾ, ਮਹਾਨਤਾ ਦਾ ਫਿਰ ਸਾਨੂੰ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਮੁੱਖ ਮਕਸਦ ਨਿਰੋਲ ਜੀਵਾਂ ਨੂੰ ਪਰਮਾਤਮਾ ਦੇ ਪਿਆਰ 'ਚ ਜੋੜਨ ਤੋਂ ਹੀ ਹੈ। ਇਸ ਜੀਵ ਨੂੰ ਉੱਚੀਆਂ ਕਰਨ ਤੋਂ ਹੈ ਕਿ ਮਨੁੱਖ ਇਹ ਮੋਹ ਮਾਇਆ ਚੋਂ ਉੱਚਾ ਉੱਠ ਕੇ ਨਿਰਲੇਪ ਹੋ ਕੇ ਆਪਣੀ ਜ਼ਿੰਦਗੀ ਦੀ ਮੌਜ ਮਾਣੇ। ਸ਼ਬਦ ਨੂੰ ਗੁਰੂ ਕਿਹਾ ਸਤਿਗੁਰੂ ਜੀ ਨੇ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਸੀ, ਜਿੱਥੇ ਸਤਿਗੁਰੂ ਜੀ ਨੇ ਇੱਥੇ ਵਾਰ-ਵਾਰ ਗੁਰੂ ਦਾ ਸ਼ਬਦ ਦਾ ਜ਼ਿਕਰ ਕੀਤਾ ਹੈ। ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਹਾਂ। ਪਰਮਾਤਮਾ ਦਾ ਨਾਮ ਕੀ ਹੈ ਇਹ ਤੇ ਪਤਾ ਗੁਰੂ ਕੇ ਸ਼ਬਦ ਚੋਂ ਲੱਗੇਗਾ। ਜਿਉਂ-ਜਿਉਂ ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਦੇ ਗੁਣ ਸਾਨੂੰ ਪਤਾ ਲੱਗਣਗੇ, ਪਰਮਾਤਮਾ ਦੀ ਮਹਿਮਾ ਦਾ ਸਾਨੂੰ ਪਤਾ ਲੱਗੇਗਾ, ਕਿਉਂ ਤੋਂ ਸਾਡੇ ਅੰਦਰ ਪਰਮਾਤਮਾ ਦਾ ਪਿਆਰ ਬਣੇਗਾ। ਕੁਝ ਲੋਕ ਹੁੰਦੇ ਨੇ, ਉਹ ਬੜੇ ਸਿਆਣੇ ਹੁੰਦੇ, ਸਮਾਜ ਵਿੱਚ ਉਹਨਾਂ ਦਾ ਰੁਤਬਾ, ਜਾਂ ਕਈ ਵਾਰੀ ਉਹ ਵੱਡੇ ਵੱਡੇ ਰੁਤਬਿਆਂ ਤੇ ਬੈਠੇ ਹੁੰਦੇ ਨੇ, ਬੜੇ ਖਾਸ ਵਿਅਕਤੀ ਹੁੰਦੇ ਨੇ, ਪਰ ਸਾਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਸਾਡੇ ਕੋਲ ਹੀ ਬੈਠੇ ਰਹਿਣ, ਕਿਸੇ ਸਮਾਗਮ ਵਿੱਚ ਅਸੀਂ ਇਕੱਠੇ ਹੋ ਜਾਈਏ, ਸਫਰ ਇਕੱਠੇ ਹੋ ਜਾਈਏ, ਪਤਾ ਨਹੀਂ ਸਾਨੂੰ ਉਹਨਾਂ ਬਾਰੇ, ਤੇ ਸਾਡਾ ਕੋਈ ਉਹਦੇ ਨਾਲ ਕੋਈ ਬਹੁਤ ਲਗਾਓ ਨਹੀਂ ਹੋਏਗਾ, ਕਿਉਂਕਿ ਸਾਨੂੰ ਪਤਾ ਹੀ ਨਹੀਂ। ਜਦੋਂ ਕੋਈ ਸਾਨੂੰ ਇਹ ਦੱਸੇਗਾ ਕਿ ਇਹ ਸ਼ਖਸੀਅਤ ਜਿਹਦੇ ਕੋਲ ਤੁਸੀਂ ਬੈਠੇ ਹੋ ਇਹ ਤੇ ਇੰਨੀ ਮਹਾਨ ਹੈ, ਇੱਕਦਮ ਸਾਡਾ ਉਹਦੇ ਨਾਲ ਲਗਾਓ ਬਣ ਜਾਏਗਾ। ਫਿਰ ਸਾਨੂੰ ਜੀ ਕਰੇਗਾ ਉਹਨਾਂ ਨਾਲ ਗੱਲ ਕਰਨ ਦੇ ਲਈ, ਵਾਰ-ਵਾਰ ਮਿਲਣ ਦੇ ਲਈ ਜੀ ਕਰੇਗਾ। ਪਰ ਉਦੋਂ ਕਰੇਗਾ ਜਦੋਂ ਉਹਦੇ ਬਾਰੇ ਸਾਨੂੰ ਜਾਣਕਾਰੀ ਹੋਏਗੀ। ਪਰਮਾਤਮਾ ਦੇ ਪ੍ਰਥਾਏ ਵੀ ਬਿਲਕੁਲ ਇਦਾਂ ਹੀ ਹੈ। ਲੋਕਾਂ ਨੇ ਸੋਚਿਆ ਕਿ ਜਿੱਥੇ ਮਰਜ਼ੀ ਮੱਥਾ ਟੇਕ ਦੋ ਸ਼ਾਇਦ ਉਹੀ ਰੱਬ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੱਬ ਸਰਬ ਵਿਆਪਕ ਹੈ, ਔਰ ਉਹ ਰੱਬ ਦੀ ਹਸਤੀ ਕੀ ਹੈ, ਰੱਬ ਦੀ ਮਹਾਨਤਾ ਕੀ ਹੈ, ਰੱਬ ਦੇ ਗੁਣ ਕੀ ਨੇ, ਰੱਬ ਦੀ ਸ਼ਖਸੀਅਤ ਕੀ ਹੈ, ਉਹਦੀ ਜਾਣਕਾਰੀ ਸਾਨੂੰ ਮਿਲੇਗੀ ਗੁਰੂ ਕੋਲ ਆ ਕੇ। ਜਿਉਂ-ਜਿਉਂ ਗੁਰੂ ਦਾ ਸ਼ਬਦ ਸੁਣਾਂਗੇ, ਜਿਉਂ-ਜਿਉਂ ਗੁਰੂ ਕੀ ਸ਼ਬਦ ਦੀ ਰਾਹੀਂ ਅਸੀਂ ਪਰਮਾਤਮਾ ਦੇ ਪਿਆਰ ਜੁੜਾਂਗੇ, ਸਾਨੂੰ ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗੇਗਾ, ਵਧੀਆ ਲੱਗੇਗਾ। ਦੇਖੋ ਪਰਮਾਤਮਾ ਦਾ ਨਾਮ ਕਿੰਨਾ ਮਹਾਨ ਹੈ। ਧਰਮ ਗ੍ਰੰਥਾਂ ਅੰਦਰ ਪਰਮਾਤਮਾ ਦੇ ਨਾਮ ਦੀ ਚਰਚਾ ਹੈ, ਵਡਿਆਈ ਹੈ, ਪਰ ਸਾਰੀ ਦੁਨੀਆ ਨੂੰ ਚੰਗਾ ਥੋੜ੍ਹਾ ਲੱਗਦਾ ਹੈ। ਅਸੀਂ ਵੀ ਰੱਬ ਦੇ ਨਾਮ ਨੂੰ ਜਪਦੇ ਹਾਂ, ਕੁਝ ਇਵੇਂ ਕਹਿ ਲਓ ਵਾਤਾਵਰਣ ਦਾ ਅਸਰ ਹੈ, ਕੋਈ ਦੇਖਾ ਦੇਖੀ ਹੈ, ਕੁਝ ਇੱਕ ਸੁਭਾਅ ਬਣ ਗਿਆ। ਲੇਕਿਨ ਵਾਹਿਗੁਰੂ ਮੁਖ ਤੋਂ ਕਹਿੰਦੇ ਆ ਸਾਡੇ ਅੰਦਰ ਉਹ ਰਸ ਜਾਂ ਸਾਡੇ ਅੰਦਰ ਇੱਕ ਚੁਣਚੁਣਾਹਟ ਜਿਹੀ ਨਹੀਂ ਨਾ ਆਉਂਦੀ ਜੋ ਆਉਣੀ ਚਾਹੀਦੀ ਹੈ। ਉਹ ਸਾਡੇ ਅੰਦਰ ਇੱਕ ਆਨੰਦ ਦੀ ਰੌਂ ਤੇ ਪੈਦਾ ਨਹੀਂ ਨਾ ਹੁੰਦੀ ਜਿਹੜੀ ਹੋਣੀ ਚਾਹੀਦੀ ਹੈ। ਉਹ ਇਸ ਕਰਕੇ ਨਹੀਂ ਕਿ ਸਾਨੂੰ ਵਾਹਿਗੁਰੂ ਜੀ ਬਾਰੇ ਅਜੇ ਗਿਆਨ ਨਹੀਂ ਹੈ, ਵਾਹਿਗੁਰੂ ਜੀ ਦੇ ਨਾਲ ਸਾਡਾ ਪਿਆਰ ਨਹੀਂ ਬਣਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਪਇਓ, ਅਨੁਗ੍ਰਹ ਪ੍ਰਸਾਦ ਸੰਤਨ ਕਹਿ, ਹਰ ਨਾਮਾ ਹੈ ਮੀਠਾ। ਜਦੋਂ ਸਤ ਸੰਗਤ ਵਿੱਚ ਆਏ, ਸਤ ਸੰਗਤ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਸਾਨੂੰ ਨਾਮ ਮਿੱਠਾ ਲੱਗਣ ਲੱਗ ਪਿਆ। ਹੁਣ ਨਾਮ ਤਾਂ ਮਿੱਠਾ ਹੀ ਸੀ, ਲੇਕਿਨ ਹੁਣ ਸਾਡੀ ਨਾਮ ਨਾਲ ਰੁਚੀ ਬਣ ਗਈ, ਨਾਮ ਜਪਣ ਨੂੰ ਜੀ ਕਰਦਾ। ਜਦੋਂ ਨਾਮ ਮਿੱਠਾ ਲੱਗਣ ਲੱਗ ਪਿਆ, ਜਾਂ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਦੀ ਇਹੋ ਜਿਹੀ ਬਖਸ਼ਿਸ਼ ਹੋਈ, ਜਿੱਧਰ ਦੇਖਦੇ ਉਧਰ ਹੀ ਪਰਮਾਤਮਾ ਹੈ। ਸੁਖਮਨੀ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਪੜ੍ਹਦੇ, ਸਾਧ ਕੇ ਸੰਗ ਲੱਗੇ ਪ੍ਰਭ ਮੀਠਾ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਕੀ ਸੰਗਤ ਵਿੱਚ ਆ ਕੇ ਸਾਨੂੰ ਨਾਮ ਮਿੱਠਾ ਲੱਗਦਾ ਹੈ, ਪਰਮਾਤਮਾ ਪਿਆਰਾ ਲੱਗਦਾ ਹੈ। ਭਾਵ ਪਰਮਾਤਮਾ ਦੀ ਸੋਝੀ ਹੁੰਦੀ ਹੈ, ਪਰਮਾਤਮਾ ਨਾਲ ਪਿਆਰ ਬਣਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਨਾਮ ਦੀ ਗੱਲ ਕਰਦੇ ਹਾਂ। ਫਿਰ ਬਚਨ ਕਹਿ ਰਹੇ, ਜਦੋਂ ਗੁਰੂ ਦੇ ਸਨਮੁਖ ਹੋ ਜਾਵਾਂਗੇ, ਗੁਰੂ ਕੇ ਬਚਨਾਂ ਨਾਲ ਜੁੜਾਂਗੇ, ਫਿਰ ਨਾਮ ਨਾਲ ਪਿਆਰ ਬਣੇਗਾ। ਜਿਉਂ-ਜਿਉਂ ਨਾਮ ਨਾਲ ਪਿਆਰ ਬਣੇਗਾ, ਤਿਉਂ-ਤਿਉਂ ਸਰਬ ਵਿਆਪਕ ਪਰਮਾਤਮਾ ਦੇ ਦੀਦਾਰ ਹੋਣਗੇ। ਜਿਉਂ-ਜਿਉਂ ਪਰਮਾਤਮਾ ਦੇ ਪਿਆਰ ਜੁੜਾਂਗੇ, ਤਿਉਂ-ਤਿਉਂ ਅਸੀਂ ਦੁਨੀਆ ਤੋਂ ਵੈਰਾਗ ਹੁੰਦੇ ਜਾਵਾਂਗੇ, ਭਾਵ ਦੁਨੀਆ ਦੀ ਮੋਹ ਮਾਇਆ ਤੋਂ ਨਿਰਲੇਪ ਹੁੰਦੇ ਜਾਵਾਂਗੇ। ਰਵਾਂਗੇ ਸੰਸਾਰ ਵਿੱਚ, ਪਰ ਸੰਸਾਰ ਚ ਰਹਿੰਦਿਆਂ ਨਿਰੰਕਾਰ ਚ ਲਿਵਲੀਨ ਹੋ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਮੁੱਖ ਵਾਕ ਦੇ ਰਾਹੀਂ
ਜੋ ਰਹਿਮਤ ਸਾਡੇ ਤੇ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆ ਮਨ ਬਿਰਤੀਆਂ ਨੂੰ ਟਿਕਾਉਣ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਤੀਜਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਜਨਮ ਜਨਮ ਕੇ ਕਿਲ ਵੇਖ ਭਉ ਭੰਜਨ, ਗੁਰਮੁਖ ਏਕੋ ਡੀਠਾ। ਗੁਰੂ ਕੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1233 ਅਤੇ 34 ਤੇ ਅੰਕਿਤ ਹਨ। ਗੁਰਦੇਵ ਕਹਿੰਦੇ ਹੈ, ਮੇਰੇ ਮਨ, ਜਿਸ ਮਨੁੱਖ ਨੂੰ ਗੁਰੂ ਦੇ ਰਾਹੀਂ, ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਗੁਰੂ ਦੇ ਰਾਹੀਂ, ਜਿਸ ਮਨੁੱਖ ਨੂੰ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਭਾਵ ਜਿਹਨੂੰ ਗੁਰੂ ਨੇ ਗਿਆਨ ਦੇ ਦਿੱਤਾ, ਸੋਝੀ ਦੇ ਦਿੱਤੀ, ਪਰਮਾਤਮਾ ਦੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਜਿਸ ਮਨੁੱਖ ਨੂੰ ਨਾਮ ਮਿੱਠਾ ਲੱਗਣ ਲੱਗ ਪਿਆ ਗੁਰੂ ਦੀ ਬਖਸ਼ਿਸ਼ ਦੁਆਰਾ, ਜਨਮ ਜਨਮ ਕੇ ਕਿਲ ਵਿਖ ਭਉ ਭੰਜਨ, ਗੁਰਮੁਖ ਏਕੋ ਡੀਠਾ। ਫਿਰ ਗੁਰੂ ਦੀ ਬਖਸ਼ਿਸ਼ ਸਦਕਾ ਉਸਨੇ ਉਸ ਪ੍ਰਮਾਤਮਾ ਨੂੰ, ਜਿਹੜਾ ਜਨਮ ਜਨਮਾਂਤਰਾਂ ਦੇ ਦੁੱਖਾਂ ਨੂੰ ਕੱਟਣ ਦੇ ਸਮਰੱਥ ਹੈ, ਦੁੱਖਾਂ ਤੋਂ ਕੋਈ ਮੁਕਤੀ ਨਹੀਂ ਦਿਵਾ ਸਕਦਾ। ਇਹ ਠੀਕ ਹੈ ਕਿ ਅਸੀਂ ਸੰਸਾਰੀ ਜੀਵ ਦੁੱਖਾਂ ਜਦੋਂ ਖਚਤ ਹੁੰਨੇ ਆ, ਦੁਖੀ ਹੁੰਨੇ ਆ, ਮਜਬੂਰ ਹੋ ਜਾਂਦੇ ਆ, ਫਿਰ ਜਿੱਧਰ ਸਾਨੂੰ ਰਸਤਾ ਮਿਲਦਾ ਸੀ ਜੀ ਭਿਆਣੇ ਉਧਰ ਨੂੰ ਤੁਰ ਪੈਨੇ, ਜਿੱਧਰ ਕਿਸੇ ਨੇ ਦੱਸ ਪਈ ਉਧਰ ਅਸੀਂ ਲੱਗ ਜਾਂਦੇ ਆ। ਇਹ ਸਾਡੀ ਮਜਬੂਰੀ ਹੁੰਦੀ ਹੈ, ਪਰ ਦੁੱਖਾਂ ਨੂੰ ਕੋਈ ਦੂਰ ਨਹੀਂ ਕਰ ਸਕਦਾ। ਪਹਿਲੀ ਗੱਲ, ਇਹ ਦੁੱਖ ਸਾਡੇ ਕੀਤੇ ਹੋਏ ਕਰਮਾਂ ਦੇ ਨੇ, ਕੋਈ ਪਰਮਾਤਮਾ ਨੇ ਦੁੱਖ ਨਹੀਂ ਸਾਨੂੰ ਦਿੱਤੇ। ਅਗਲੀ ਗੱਲ, ਇਹ ਦੁੱਖ ਕੋਈ ਦੂਰ ਨਹੀਂ ਕਰ ਸਕਦਾ। ਦੁੱਖਾਂ ਤੋਂ ਦੂਰ ਜਾਂ ਦੁੱਖਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ ਵਾਹਿਗੁਰੂ ਜੀ ਦੀ ਬਖਸ਼ਿਸ਼। ਹਨੇਰੇ ਨੂੰ ਕੋਈ ਦੂਰ ਨਹੀਂ ਕਰ ਸਕਦਾ। ਤੁਸੀਂ ਹਨੇਰੇ ਚੋਂ ਕੋਈ ਦੂਰ ਨਹੀਂ ਕਰ ਸਕਦਾ। ਹਨੇਰੇ ਨੂੰ ਧੱਕੇ ਮਾਰਿਆਂ ਬਾਹਰ ਨਹੀਂ ਕੀਤਾ ਜਾ ਸਕਦਾ। ਹਨੇਰੇ ਤੋਂ ਭੱਜਿਆਂ ਨਹੀਂ ਬਚਿਆ ਜਾ ਸਕਦਾ। ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ ਚਾਨਣ ਦੇ ਨਾਲ। ਸੂਰਜ ਦੇ ਸਾਹਮਣੇ ਆ ਜਾਓ ਜਾਂ ਕੋਈ ਲਾਈਟ ਜਗਾ ਲਓ, ਹਨੇਰਾ ਆਪਣੇ ਆਪ ਚਲਿਆ ਜਾਏਗਾ। ਦੁੱਖਾਂ ਦੇ ਹਨੇਰੇ ਤੋਂ ਬਚਣ ਦਾ ਹੋਰ ਕੋਈ ਸਾਧਨ ਨਹੀਂ ਹੈ। ਜਿੱਧਰ ਮਰਜ਼ੀ ਅਸੀਂ ਫਿਰ ਕੇ ਦੇਖ ਲਈਏ, ਗੁਰਬਾਣੀ ਇਹ ਗੱਲ ਕਹਿੰਦੀ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਸਾਰੀ ਦੁਨੀਆ ਦੇ ਸਾਧਨ ਕਰਕੇ ਦੇਖ ਲਏ, ਦੁਨੀਆ ਕਰਦੀ ਹੈ, ਪਰ ਨਾਮ ਤੋਂ ਬਿਨਾ ਮਨੁੱਖ ਨੂੰ ਆਤਮਿਕ ਸੁੱਖ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ, ਜਿੱਧਰ ਮਰਜ਼ੀ ਫਿਰ ਕੇ ਦੇਖ ਲਓ, ਕੇਵਲ ਇੱਕ ਪਰਮਾਤਮਾ ਦੇ ਨਾਮ ਨਾਲ ਜਦੋਂ ਸਾਂਝ ਪਈ, ਜਨਮ ਜਨਮ ਕੇ ਕਿਲ ਵੇਖ ਭਉ ਭੰਜਨ। ਕਿਲ ਵੇਖ ਦਾ ਅਰਥ ਹੁੰਦਾ ਹੈ ਜੋ ਪਾਪਾਂ ਦੀ ਮੈਲ ਹੈ ਸਾਡੇ ਅੰਦਰ ਜੰਮੀ ਹੋਈ। ਤੁਹਾਨੂੰ ਕੋਈ ਭੁੱਖ ਲੱਗੀ ਹੈ, ਕੋਈ ਮਨੁੱਖ ਰੋਟੀ ਦੇ ਸਕਦਾ ਹੈ। ਤੁਹਾਨੂੰ ਕੱਪੜੇ ਦੀ ਲੋੜ ਹੈ, ਕੋਈ ਮਨੁੱਖ ਕੱਪੜਾ ਦੇ ਸਕਦਾ ਹੈ। ਤੁਹਾਨੂੰ ਕੋਈ ਹੋਰ ਸਰੀਰਕ ਤੌਰ ਤੇ ਕਿਸੇ ਚੀਜ਼ ਦੀ ਲੋੜ ਹੈ, ਕੋਈ ਤੁਹਾਡੀ ਇਸ ਸੰਸਾਰਕ ਲੋੜ ਪੂਰੀ ਕਰ ਸਕਦਾ ਹੈ। ਲੇਕਿਨ ਤੁਹਾਡੇ ਅੰਦਰ ਮੈਲ ਜੰਮੀ ਪਈ ਹੈ, ਅੰਦਰ। ਹੁਣ ਅੰਦਰ ਦੀ ਮੈਲ ਨੂੰ ਕੌਣ ਕੱਟੇਗਾ? ਦੁੱਖਾਂ ਦਾ ਕਾਰਨ ਤੇ ਅੰਦਰ ਦੀ ਮੈਲ ਹੈ ਨਾ। ਗੁਰਬਾਣੀ ਕਹਿੰਦੀ, ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੈ ਸੱਚ ਬਿਨਾ। ਸਾਡੇ ਅੰਦਰ ਵਾਹਿਗੁਰੂ ਨਾਲੋਂ ਟੁੱਟ ਕੇ ਮੈਲ ਜੰਮ ਗਈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਭਰੀਏ ਮਤ ਪਾਪਾਂ ਕੈ ਸੰਗ। ਇਹ ਮਤ ਸਾਡੀ ਪਾਪਾਂ ਦੇ ਨਾਲ ਭਰੀ ਪਈ ਹੈ, ਮੈਲ ਦੇ ਨਾਲ ਐਨ ਇਹ ਗੁੜਚ ਹੋਈ ਪਈ ਹੈ। ਇਹ ਹੁਣ ਸਾਡੀ ਅੰਦਰ ਦੀ ਮੈਲ ਨੂੰ ਕੋਈ ਮਨੁੱਖ ਕੱਟ ਦੇਗਾ? ਸਾਡੀ ਅੰਦਰ ਦੀ ਮੈਲ ਨੂੰ ਕੋਈ ਪੱਥਰ ਕੱਟ ਦੇਵੇਗਾ? ਸਾਡੀ ਅੰਦਰ ਦੀ ਮੈਲ ਨੂੰ ਕੌਣ ਕੱਟੇਗਾ? ਕੋਈ ਨਹੀਂ ਕੱਟ ਸਕਦਾ। ਪਹਿਲੀ ਗੱਲ, ਉਹ ਮੈਲ ਕੀ ਹੈ, ਸਾਡਾ ਮਨ ਕੀ ਹੈ, ਇਹ ਹੀ ਨਹੀਂ ਕਿਸੇ ਨੂੰ ਪਤਾ। ਇਸ ਕਰਕੇ ਉਹ ਅੰਦਰ ਦੀ ਮੈਲ ਸਿਰਫ ਤਾਂ ਸਿਰਫ ਕੌਣ ਕੱਢ ਸਕਦਾ ਹੈ? ਪਰਮਾਤਮਾ ਦਾ ਨਾਮ। ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਪਿਆਰ ਜੁੜਾਂਗੇ, ਮੈਲ ਲੱਗੀ ਕਦੋਂ? ਜਿਉਂ-ਜਿਉਂ ਅਸੀਂ ਦੁਨੀਆ ਨਾਲ ਜੁੜੇ, ਸੰਸਾਰ ਨਾਲ ਜੁੜੇ, ਸਾਡੇ ਵਿਚਾਰ ਦੁਨੀਆ ਵਰਗੇ ਬਣ ਗਏ। ਵਿਚਾਰਾਂ 'ਚ ਮੈਲ ਆ ਗਈ, ਬੇਈਮਾਨੀ ਆ ਗਈ। ਕੋਈ ਬਾਹਰਲੀ ਤਾਕਤ ਤੁਹਾਡੇ ਅੰਦਰੋਂ ਬੇਈਮਾਨੀ ਨੂੰ ਖਤਮ ਨਹੀਂ ਕਰ ਸਕਦੀ। ਗੌਰਮੈਂਟਾਂ ਕਾਨੂੰਨ ਬਣਾ ਸਕਦੀਆਂ ਨੇ, ਸਮਾਜ ਨੂੰ ਵਧੀਆ ਚਲਾਉਣ ਲਈ ਬਣਾਉਣਾ ਉਹਨਾਂ ਦੀ ਇਹ ਡਿਊਟੀ ਹੈ। ਲੇਕਿਨ ਗੌਰਮੈਂਟਾਂ ਬੇਈਮਾਨਾਂ ਨੂੰ ਖਤਮ ਨਹੀਂ ਕਰ ਸਕਦੀਆਂ ਕਿ ਬੇਈਮਾਨੀ ਖਤਮ ਹੋ ਜਾਏ। ਇਹ ਜੋ ਵਧੀਆ ਸਮਾਜ ਹੈ ਨਾ,
देखो गौरमेंट ने मुल्क नूं चलाउणा हुंदा है, लेकिन समाज जिहड़ा बनाउणा हुंदा है ना, वो समाज धर्म ने बनाउणा हुंदा है, समाज धार्मिक लोगों ने बनाउणा हुंदा है। कोई मुल्क जां समाज डुबदा कदों है? जदों धार्मिक लोग भी भ्रिष्ट हो जाण, वो भी धर्म की असली जो सुनिया है मैसेज है लोगों तक पहुँचाउण ना, उदों समाज डुबदा है। इस करके जिहड़ी साडी अंदर दी मैल है, वो अंदर दी मैल कट्टी जानी जदों साडी विचार वधिया होएगी, साडा आदर्श वधिया होएगा, साडी सोच साडा जिंदगी दा निशाना वधिया होएगा। ते गुरु सानू जोड़दे ही केवल परमात्मा दे प्यार च ने। ज्यों ज्यों परमात्मा दे प्यार जुड़ांगे, परमात्मा नालों टुट के जो साडे अंदर वो नैतिकता खत्म हो गई सी, मैल लग गई सी बेईमानी दी, ईरखा दी, द्वैख दी, क्रोध दी, अनेकां अवगुणां दी। ज्यों ज्यों परमात्मा दे प्यार जुड़े, परमात्मा दा नाम जन्म जन्मांतरां दे इन्हां पापां दी मैल नूं कट्टण दे समर्थ है। ज्यों ज्यों गुरु राही वाहिगुरू जी दा नाम मिठा लग्या, फिर गुरमुख एको डीठा, जिधर देखदे उधर ही परमात्मा है। पहला तो परमात्मा लभदा नहीं सी, ते जे परमात्मा की गल भी चली तो लोगों सोचिया जंगलों च होएगा रब, किसी ने कहा तीर्थां तो होएगा रब, किसी ने खास थां ते, किसी ने खास दिशा विच समझ के रब नूं उधर नूं सिर झुकाउणा शुरू कर दिता। ये सिर्फ अज्ञानता चों निकलियां गल्लां सन। पर जदों गुरु के शब्द नाल सांझ बनी, ज्यों ज्यों वाहिगुरू जी दे नाम नाल प्यार बनिया, फिर एको डीठा। हुण जिधर देखदे परमात्मा ही है, परमात्मा तो बिना तो है ही कुछ नहीं है। सब गोबिंद है, सब गोबिंद है, गोबिंद बिन नहीं कोई। हुण ते परमात्मा तो बिना है ही कुछ नहीं। पर कदों ये गल बनी? जदों गुरु राही परमात्मा दा नाम मिठा लगन लगा, गुरु राही परमात्मा दे नाम नाल जदों प्यार बनिया, ज्यों ज्यों परमात्मा दे नाम नूं जपिया, अंदरों किल विखां दी मैल मिट गई, अंदरों बाहरों सारे थावां ते परमात्मा दी दीदार हो गए। जिस मनुख नूं अपने अंदरों परमात्मा दा प्रकाश प्राप्त नहीं होया, वो बाहर जिधर मर्जी चलिया जाए वो परमात्मा दी दीदार नहीं कर सकता। परमात्मा को व्यक्ति नहीं है, वस्तु नहीं है जिन्हों तुसी जंगलों से जाके लभ लोगे। परमात्मा सर्वव्यापक है, परमात्मा प्रकाश रूप है। परमात्मा की गल गुरबाणी च कीती, सब मैं जोत जोत है सोए, तिस दे चानन सब मैं चानन होए। अवल अल्लाह नूर उपाया, कुदरत के सब बंदे एक नूर ते, सब जग उपजया कौन भले मंदी। परमात्मा नूर है, परमात्मा जोत है, प्रकाश है। ज्यों ज्यों परमात्मा के नाम नाल जुड़े, अंदरों उस परमात्मा के दीदार होए। हुण ते मैं जिधर देखदा उधर ही गोबिंद नजर आ रहा है, परमात्मा दीदार हो रहे ने। फिर सतगुरु जी कहते की होया? कोट कुटंत्र के पाप विनाशन, हर साचा मन पाया। जदों गुरु के उपदेश राही मैनू वाहिगुरू जी का नाम चंगा लगन लग पिया ना, फिर करोड़ां जन्मां दे पाप जिहड़े मेरे अंदरों मिट गए। उदों मिटे जदों नाम नाल सांझ बनी। गुरबाणी कहंदी जिवें बहुत सारियां लकड़ां इकट्ठियां करके रख दिओ, थोड़ा क विच अग रख दिओ, वो थोड़ी जी अग सारियां लकड़ां नूं साड़ दिंदी है। जिवें असीं अनेकां जन्मां दे पाप कर्मां दी मैल जो साडे अंदर जमी बैठी है, एक वारां एक चित होके वाहिगुरू जी दे प्यार जुड़ जाओ। वाहिगुरू जी दा नाम मनुख दे अंदरों जन्म जन्मांतरां दी मैल नूं कट देवेगा। साहिब कहंदे करोड़ां जन्मां दे पाप मिट गए जदों वाहिगुरू जी दा नाम चंगा लगिया। हर बिन अवर न सूझै दूजा, सतगुर एक बुझाया। हुण सतगुरु जी ने सानू एक सूझ बूझ दे दी। असी रोज एक बचन पढ़ते हैं गुरु का, गुरा एक दे बुझाही, सबना जियां का एक दाता, सो मैं विसर ना जाई। हे सतगुरु जी मैनू एक सूझ बूझ दे दिओ, एक सोझी दे दिओ कि वह परमात्मा जिहड़ा सारियां दा दाता है ना, मैनू कदी भुले ना। गुरु पासों असी ज्ञान लैण लई आउंदे आ, सूझ लैण लई आउंदे आ, समझ लैण लई आउंदे आ। वाहिगुरू जी ने होर सब कुछ सानू दिता होया। हर मनुख नूं सब कुछ दिता है, किसी मनुख नूं घट नहीं दिता। जो कुछ परमात्मा दा है वह हर मनुख दा है। हर मनुख उस खजाने दा मालिक है। पर कई बारी ना कईयां नूं पता ही नहीं हुंदा चाबी लगनी कित्थे है। खजाने हुंदियां होइयां भी कईयां नूं खजाने दा ही नहीं पता हुंदा।
ਮਨੁੱਖ ਦੇ ਅੰਦਰ ਉਹ ਰੱਬੀ ਰਹਿਮਤਾਂ ਦਾ ਖਜ਼ਾਨਾ ਹੈ। ਗੁਰੂ ਨੇ ਤੇ ਸਾਨੂੰ ਸੋਝੀ ਦੇਣੀ ਹੈ ਕਿ ਉਹ ਖਜ਼ਾਨਾ ਹੈ ਕੀ ਹੈ, ਕਿੱਥੇ ਹੈ, ਕਿਵੇਂ ਮੰਨਣਾ। ਆਪਾਂ ਬਚਨ ਪੜ੍ਹਦੇ ਮੱਤ ਵਿੱਚ ਰਤਨ ਜਵਾਹਰ ਮਾਣਕ, ਸਾਡੇ ਅੰਦਰ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਾਣਕ ਨੇ। ਪਰ ਜਦੋਂ ਅਸੀਂ ਗੁਰੂ ਦੀ ਸਿੱਖਿਆ ਸੁਣਾਂਗੇ ਤਾਂ ਪਤਾ ਲੱਗੇਗਾ ਨਾ। ਸਾਹਿਬ ਕਹਿੰਦੇ ਜਦੋਂ ਗੁਰੂ ਕੋਲ ਆਏ ਸਤਿਗੁਰ ਏਕ ਬੁਝਾਇਆ। ਸਤਿਗੁਰੂ ਜੀ ਨੇ ਕੇਵਲ ਸਾਨੂੰ ਇੱਕ ਵਾਹਿਗੁਰੂ ਜੀ ਦੀ ਸਮਝ ਦਿੱਤੀ, ਸੋਝੀ ਦਿੱਤੀ। ਹੁਣ ਹਰ ਬਿਨ ਅਵਰ ਨਾ ਸੂਝੈ ਦੂਜਾ, ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ। ਹੁਣ ਪਰਮਾਤਮਾ ਨੂੰ ਛੱਡ ਕੇ ਹੋਰ ਨਹੀਂ ਕਿਤੇ ਜਾਂਦੇ ਆਪਾਂ। ਹੁਣ ਤੇ ਮਨੁੱਖ ਕਹਿੰਦਾ ਪਰਮਾਤਮਾ ਜੀ ਤੁਧ ਨੂੰ ਛੋੜ ਪ੍ਰਭ ਜਾਈਏ ਕੈ ਧਰ, ਆਨਾ ਬੀਆ ਤੁਮਰੀ ਸਮਸਰ। ਵਾਹਿਗੁਰੂ ਜੀ ਤੁਹਾਨੂੰ ਛੱਡ ਕੇ ਕਿੱਧਰ ਜਾਈਏ, ਤੁਹਾਡੇ ਵਰਗਾ ਤੇ ਹੈ ਹੀ ਕੋਈ ਨਹੀਂ ਹੈ। ਪਰਮਾਤਮਾ ਵਰਗਾ ਹੈ ਹੀ ਕੋਈ ਨਹੀਂ ਹੈ। ਕੋਈ ਪਰਮਾਤਮਾ ਵਰਗਾ ਦਿਆਲੂ ਨਹੀਂ ਹੈ। ਤੁਸੀਂ ਜਿੰਨਾ ਮਰਜੀ ਕਬਰਾਂ ਤੇ ਚਲੇ ਜਾਓ, ਜਿੰਨਾ ਮਰਜੀ ਮਨੁੱਖਾਂ ਕੋਲ ਚਲੇ ਜਾਓ, ਤੁਹਾਨੂੰ ਇਹ ਕਥਾ ਕਹਾਣੀਆਂ ਮਿਲਣਗੀਆਂ ਕਿ ਫਲਾਣੇ ਤੇ ਬਾਬਾ ਖੁਸਵੇ ਦਾ ਕਾਰੋਬਾਰ ਚੱਲ ਪਿਆ, ਫਲਾਣੇ ਨਾਲ ਨਾਰਾਜ਼ ਹੋ ਗਿਆ ਤਾਂ ਕਾਰੋਬਾਰ ਤਬਾਹ ਹੋ ਗਿਆ। ਇਹੀ ਗੱਲਾਂ ਸੁਣਦੇ ਨਾ। ਪਰਮਾਤਮਾ ਕਦੀ ਕਿਸੇ ਨੂੰ ਤਬਾਹ ਨਹੀਂ ਕਰਦਾ। ਪਰਮਾਤਮਾ ਨੇ ਸਾਨੂੰ ਜ਼ਿੰਦਗੀ 'ਚ ਤਰੱਕੀ ਕਰਨ ਲਈ ਭੇਜੀ ਹੈ। ਪਰਮਾਤਮਾ ਦੀ ਇਹ ਰੀਝ ਹੈ ਇਸ ਧਰਤੀ ਤੇ ਹਰ ਮਨੁੱਖ ਜਿਹੜਾ ਉਹ ਪਰਮ ਮਨੁੱਖ ਬਣੇ। ਐਰ ਧਰਤੀ ਤੇ ਹਰ ਮਨੁੱਖ ਜਿਹੜਾ ਉਹ ਜ਼ਿੰਦਗੀ ਅੰਦਰ ਪੂਰਨ ਤੌਰ ਤੇ ਉੱਚਾ ਉੱਠੇ, ਤਰੱਕੀ ਕਰੇ। ਹੁਣ ਅਗਲਾ ਸਵਾਲ ਕੋਈ ਕਰ ਸਕਦਾ ਹੈ ਕਿ ਸਾਰੇ ਕਿਉਂ ਨਹੀਂ ਕਰਦੇ? ਫਿਰ ਉਹਦਾ ਮਸਲਾ ਇਹ ਹੈ ਕਿ ਸਾਰੇ ਜਿਹੜੇ ਨੇ ਉਹ ਆਪਣੇ ਆਪ ਅੱਗੇ ਵਧਣਾ ਚਾਹੁੰਦੇ ਨੇ, ਆਪਣੇ ਆਪਣੇ ਤਰੀਕੇ ਨਾਲ ਅੱਗੇ ਵਧਣਾ ਚਾਹੁੰਦੇ ਨੇ। ਕੋਈ ਮਨੁੱਖ ਨਹੀਂ ਕਹਿੰਦਾ ਕਿ ਮੈਂ ਤਰੱਕੀ ਨਹੀਂ ਕਰਨੀ ਜਾਂ ਨਹੀਂ ਕਰਾਂਗਾ, ਉਹ ਤਾਂ ਕਹਿੰਦਾ ਮੈਂ ਕਰਾਂਗਾ। ਕੋਈ ਸੋਚਦਾ ਪੈਸੇ ਕਮਾਇਆ ਤਰੱਕੀ ਹੋਣੀ, ਕਮਾ ਰਿਹਾ ਬੰਦਾ, ਬੜੀ ਦੌਲਤ ਕਮਾ ਰਿਹਾ। ਕੋਈ ਸੋਚਦਾ ਦੁਨਿਆਵੀ ਗਿਆਨ ਲਿਆ, ਦੁਨਿਆਵੀ ਡਿਗਰੀਆਂ ਲਿਆ ਤਰੱਕੀ ਹੋਣੀ, ਬੜੀਆਂ ਡਿਗਰੀਆਂ ਲੈ ਰਹੀਆਂ ਲੋਕਾਂ ਦੀਆਂ, ਜੇਬਾਂ ਭਰੀਆਂ ਪਈਆਂ ਨੇ ਡਿਗਰੀਆਂ ਦੇ ਨਾਲ। ਡਿਗਰੀਆਂ ਲੈ ਕੇ ਵੀ ਫਿਰ ਵੀ ਅਧੂਰੇ ਨੇ ਉਹ। ਕਿਸੇ ਨੇ ਸੋਚਿਆ ਕਿ ਦੁਨਿਆਵੀ ਤੌਰ ਤੇ ਮੱਲਾਂ ਹੀ ਮਾਰੀ ਜਾਓ, ਰਾਜ ਗੱਦੀਆਂ ਨੂੰ ਜੱਫੇ ਮਾਰ ਕੇ ਬੈਠ ਜਾਓ, ਫੇਰ ਹੀ ਤਰੱਕੀ ਹੋਏਗੀ। ਬੜੇ ਨੇ ਉਹ ਜਿਨ੍ਹਾਂ ਨੇ ਜੱਫੇ ਮਾਰੇ ਹੋਏ ਨੇ, ਮਾਰੀ ਜਾ ਰਹੇ ਨੇ, ਲੋਕਾਂ ਦਾ ਕਤਲ-ਗਾਰਤ ਕਰੀ ਚਲੇ ਜਾ ਰਹੇ ਨੇ। ਮਨੁੱਖ ਦੇ ਦੁੱਖਾਂ ਦਾ ਕਾਰਨ ਮਨੁੱਖ ਦੀ ਮੱਤ ਹੈ। ਮਨੁੱਖ ਅੱਗੇ ਵਧਣਾ ਮਨੁੱਖ ਦਾ ਅਧਿਕਾਰ ਹੈ। ਇਹ ਭੁੱਖ ਵਾਹਿਗੁਰੂ ਜੀ ਨੇ ਹਰ ਮਨੁੱਖ ਦੇ ਅੰਦਰ ਰੱਖੀ ਹੈ। ਵਾਹਿਗੁਰੂ ਜੀ ਚਾਹੁੰਦੇ ਨੇ ਹਰ ਮਨੁੱਖ ਜ਼ਿੰਦਗੀ ਅੰਦਰ ਉੱਚਾ ਉੱਠੇ, ਮਹਾਨ ਬਣੇ ਔਰ ਜ਼ਿੰਦਗੀ ਅੰਦਰੋਂ ਤਰੱਕੀ ਕਰੇ। ਲੇਕਿਨ ਉਹ ਤਰੱਕੀ ਕਰੇਗਾ ਕਿਵੇਂ? ਜਦੋਂ ਉਹਨੂੰ ਸੋਝੀ ਹੋਏਗੀ। ਦੇਖੋ ਜ਼ੋਰ ਲਾਉਂਦਾ ਚੋਰ ਵੀ ਜਿਹੜਾ ਨਾ, ਉਹ ਕਹਿੰਦਾ ਮੈਂ ਬੜੀ ਤਰੱਕੀ ਕਰ ਰਿਹਾ। ਚੋਰ, ਇਹ ਗੱਲ ਵੱਖਰੀ ਹੈ ਕਿ ਚੋਰੀ ਦੇ ਤਰੀਕੇ ਹੁਣ ਬਦਲ ਗਏ ਨੇ। ਪਹਿਲਾਂ ਲੋਕਾਂ ਦਾ ਘਰ ਭੰਨ ਕੇ ਚੋਰੀਆਂ ਕਰਦੇ ਸੀ, ਹੁਣ ਰਾਜ ਗੱਦੀਆਂ ਤੇ ਬੈਠ ਕੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਉਹ ਹੀ ਸੋਚਦੇ ਸੀ ਬੜੀ ਤਰੱਕੀ ਕਰ ਰਹੇ ਹਾਂ। ਲੇਕਿਨ ਮਨੁੱਖ ਦੁਖੀ ਇਸ ਕਰਕੇ ਹੈ ਕਿ ਉਹ ਇੰਨੀ ਦੌੜ ਭੱਜ ਕਰਦਾ, ਇੰਨਾ ਸੰਘਰਸ਼ ਕਰਦਾ, ਇੰਨੀ ਮਿਹਨਤ ਕਰਦਾ, ਲੇਕਿਨ ਜੋ ਕੁਝ ਉਹ ਚਾਹੁੰਦਾ ਉਹ ਗੱਲ ਫਿਰ ਨਹੀਂ ਬਣਦੀ। ਉਹਦਾ ਕਾਰਨ ਹੈ ਕਿ ਮਨੁੱਖ ਨੂੰ ਗਿਆਨ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਸੋਝੀ ਦੇ ਦਿੱਤੀ। ਹੁਣ ਤੇ ਸਾਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਹੀ ਇੱਕ ਦਾਤ ਹੈ। ਪਰਿਵਾਰ ਵਿੱਚੋਂ ਹੀ ਸਾਨੂੰ ਪਿਆਰ ਵਿੱਚੋਂ ਹੀ ਸੁੱਖ ਮਿਲਣਾ। ਇਸ ਕਰਕੇ ਗੁਰੂ ਨੇ ਇਸ ਸਾਨੂੰ ਸਮਝ ਦੇ ਦਿੱਤੀ, ਸੋਝੀ ਦਿੱਤੀ। ਹੁਣ ਪ੍ਰੇਮ ਪਦਾਰਥ ਜਿਨ ਘਟ ਵਸਿਆ, ਸਹਿਜੇ ਰਹੇ ਸਮਾਈ। ਭਈ ਗੁਰੂ ਦੀ ਬਖਸ਼ਿਸ਼ ਸਦਕਾ ਜਿਨ੍ਹਾਂ ਮਨੁੱਖਾਂ ਦੇ ਅੰਦਰ ਵਾਹਿਗੁਰੂ ਜੀ ਦਾ ਪ੍ਰੇਮ ਪਦਾਰਥ, ਪਦਾਰਥ ਦਾ ਅਰਥ ਹੈ ਕੀਮਤੀ ਵਸਤੂ। ਵੈਸੇ ਦੁਨੀਆ ਦੇ ਲੋਕਾਂ ਨੇ 4 ਪਦਾਰਥ ਮੰਨੇ ਨੇ, ਧਰਮ ਅਰਥ ਕਾਮ ਮੋਖ, ਪਰ ਗੁਰਮਤਿ ਸਾਨੂੰ ਉਸ ਤੋਂ ਅਗਲੇਰੀ ਗੱਲ ਕਰਦੀ। ਇਹ 4 ਪਦਾਰਥਾਂ ਦੀ ਕਲਪਨਾ ਇਹ ਵਿਚਾਰਾਂ ਸ਼ਾਸਤਰਾਂ ਪੁਰਾਣਾਂ ਦੀ ਸੋਚ ਹੈ, ਲੇਕਿਨ ਗੁਰਮਤਿ ਸਾਨੂੰ 4 ਪਦਾਰਥਾਂ ਤੇ ਨਹੀਂ ਰੋਕਦੀ। ਗੁਰਬਾਣੀ ਨੇ ਤੇ ਕਈ ਪਦਾਰਥਾਂ ਦੀ ਗੱਲ ਕੀਤੀ ਹੈ। ਪ੍ਰੇਮ ਪਦਾਰਥ ਦੇਖੋ, ਸਿਮਰਤ ਸ਼ਾਸਤਰ ਤੁਸੀਂ ਪੜ੍ਹ ਲਓਗੇ, 4 ਪਦਾਰਥਾਂ ਦੀ ਗੱਲ ਕਰ ਲੋਗੇ, ਲੇਕਿਨ ਪਿਆਰ ਤੋਂ ਬਿਨਾਂ ਗੱਲ ਨਹੀਂ ਬਣਨੀ ਜ਼ਿੰਦਗੀ ਦੀ। ਮਨੁੱਖ ਦੇ ਕੋਲ ਸਭ ਕੁਝ ਹੋਏ, ਰਦੀਆਂ ਸਦੀਆਂ ਹੋਣ, ਰਾਜ ਗੱਦੀਆਂ ਹੋਣ, ਜੇ ਅੰਦਰ ਪਿਆਰ ਹੀ ਨਹੀਂ ਹੈ ਤੇ ਗੁਰਬਾਣੀ ਕਹਿੰਦੀ ਪਿਆਰ ਤੋਂ ਬਿਨਾਂ ਤੇ ਰੱਬ ਦੀ ਰਹਿਮਤ ਨਹੀਂ ਮਿਲਣੀ। ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂਦੇਵ ਜੀ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰੇਮ ਪਦਾਰਥ ਵਸ ਗਿਆ, ਪ੍ਰੇਮ ਪਦਾਰਥ ਜਿਨ ਘਟ ਵਸਿਆ, ਸਹਿਜੇ ਰਿਹਾ ਸਮਾਈ। ਉਹ ਤੇ ਸੁਤੇ ਸਿਧਾਰ ਵੇਲੇ ਹੀ ਪ੍ਰਮਾਤਮਾ ਦੇ ਪਿਆਰ 'ਚ ਜੁੜੇ ਰਹਿੰਦੇ ਨੇ। ਇੱਕ ਤੇ ਉਹ ਨੇ ਜਿਹੜੇ ਕਹਿੰਦੇ ਜੀ ਰੱਬ ਦੇ ਪਿਆਰ ਜੁੜਨਾ, ਚਲੋ ਕੰਮ ਕਾਰ ਛੱਡ ਕੇ ਵੱਖਰੀ ਹੋ ਕੇ ਬੈਠੀਏ, ਕੋਈ
ਧਰਤੀ 'ਚ ਵੜ ਕੇ ਬੈਠਦਾ ਹੈ, ਕੋਈ ਪਹਾੜ ਤੇ ਚੜ ਕੇ ਬੈਠਦਾ ਹੈ, ਕੋਈ ਜੰਗਲਾਂ 'ਚ ਬੈਠਦਾ ਹੈ, ਕੋਈ ਤੀਰਥਾਂ ਤੇ ਬੈਠਦਾ ਹੈ। ਉਚੇਚ ਕਰਨੀ ਪੈਂਦੀ ਉਹਨਾਂ ਨੂੰ ਰੱਬ ਦੇ ਪਿਆਰ ਵਿੱਚ ਜੁੜਨ ਦੇ ਲਈ। ਲੇਕਿਨ ਜਿਨ੍ਹਾਂ ਦੇ ਅੰਦਰ ਪਿਆਰ ਵਸ ਗਿਆ ਨਾ, ਸਹਿਜੇ ਰਹੇ ਸਮਾਈ, ਉਹ ਸੁਤੇ ਸਿੱਧ ਹਰ ਵੇਲੇ ਹੀ ਵਾਹਿਗੁਰੂ ਜੀ ਦੇ ਵਿੱਚ ਜੁੜੇ ਰਹਿੰਦੇ, ਉਹਨਾਂ ਨੂੰ ਉਚੇਚ ਨਹੀਂ ਕਰਨੀ ਪੈਂਦੀ। ਉਹ ਵਾਹਿਗੁਰੂ ਤੋਂ ਦੂਰ ਕਦੀ ਹੁੰਦੇ ਹੀ ਨਹੀਂ ਹੈ। ਵਾਹਿਗੁਰੂ ਜੀ ਵਿੱਚ ਤਾਂ ਸੁਰਤ ਨੇ ਜੁੜਨਾ ਸੀ, ਵਾਹਿਗੁਰੂ ਜੀ ਵਿੱਚ ਸੁਰਤ ਨੇ ਜੁੜਨਾ ਸੀ। ਸਰੀਰ ਦੇ ਨਾਲ ਤੇ ਚਲੋ ਅਸੀਂ ਅਭਿਆਸ ਕਰਦੇ ਹਾਂ ਜੁੜਨ ਦਾ, ਉਹ ਸੁਰਤ ਵਿੱਚ ਜਦੋਂ ਸੋਝੀ ਹੋਏਗੀ ਫਿਰ ਤੇ ਬੰਦਾ ਨਾ ਕੰਮਕਾਰ ਕਰਦਿਆਂ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹ ਤੇ ਕੰਮ ਕਰਦਿਆਂ ਵੀ ਵਾਹਿਗੁਰੂ ਜੀ ਦੇ ਰੰਗ ਜੁੜਿਆ ਰਹੇਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਉਦਾਹਰਣਾਂ ਦਿੱਤੀਆਂ ਨੇ। ਕਮਲ ਪਾਣੀ 'ਚ ਰਹਿੰਦੇ ਆ, ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਮੁਰਗਾਬੀ ਪਾਣੀ 'ਚ ਰਹਿੰਦੇ ਆ, ਪਾਣੀ 'ਚ ਭਿੱਜਦੀ ਨਹੀਂ ਹੈ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਵਸ ਜਾਂਦਾ ਹੈ, ਉਹ ਸੰਸਾਰ 'ਚ ਦੁਨੀਆ ਦੀ ਕਾਰ ਵਿਹਾਰ ਕਰਦੇ ਆ, ਹਰ ਵੇਲੇ ਸੰਸਾਰ 'ਚ ਰਹਿੰਦੇ ਆ, ਨਿਰੰਕਾਰ 'ਚ ਜੁੜੇ ਰਹਿੰਦੇ, ਸੁਰਤ ਉਹਨਾਂ ਦੀ ਨਿਰੰਕਾਰ ਵੱਲ ਲੱਗੀ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਬਖਸ਼ਿਸ਼ ਸਦਕਾ ਪਿਆਰ ਵਸ ਗਿਆ ਪ੍ਰਮਾਤਮਾ ਦਾ, ਉਹ ਹਰ ਵੇਲੇ ਸਹਿਜੇ ਸੁਤੇ ਸਿੱਧ, ਇਵੇਂ ਕਹਿ ਲਓ ਨੈਚੁਰਲੀ, ਕੁਦਰਤੀ ਸੁਭਾਅ ਨਹੀਂ ਜਿੱਦਾਂ ਬਣ ਜਾਂਦਾ। ਸਾਡੇ ਅੰਦਰ ਕੁਝ ਗੱਲਾਂ ਸੁਭਾਵਿਕ ਹੁੰਦੀਆਂ ਨੇ, ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੁੰਦੀ, ਸੁਭਾਵਿਕ। ਇਵੇਂ ਵਾਹਿਗੁਰੂ ਜੀ ਦੇ ਵਿੱਚ ਜੁੜਨਾ ਉਹਨਾਂ ਦਾ ਇੱਕ ਸੁਭਾਅ ਹੀ ਬਣ ਜਾਂਦਾ ਹੈ, ਉਹਨਾਂ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ। ਸ਼ਬਦ ਰਤੇ ਸੇ ਰੰਗ ਚਲੂਲੇ ਰਾਤੇ ਸਹਿਜ ਸੁਭਾਈ। ਭਈ ਜਿਹੜੇ ਗੁਰੂ ਕੇ ਸ਼ਬਦ ਰਾਈ ਵਾਹਿਗੁਰੂ ਜੀ ਦੇ ਰੰਗ 'ਚ ਰੰਗੇ ਗਏ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਗੁਰੂ ਕੇ ਸ਼ਬਦ ਰਾਈ ਜਿਹੜੇ ਵਾਹਿਗੁਰੂ ਜੀ ਦੇ ਰੰਗ 'ਚ ਰੰਗੇ ਗਏ। ਸਾਨੂੰ ਵਾਹਿਗੁਰੂ ਜੀ ਦੇ ਪਿਆਰ 'ਚ ਗੁਰੂ ਕੇ ਸ਼ਬਦ ਨੇ ਰੰਗਣਾ। ਇਸੇ ਕਰਕੇ ਸਾਨੂੰ ਵਾਰ-ਵਾਰ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਕੀਤੀ ਗਈ ਹੈ। ਗੁਰੂ ਸਾਹਿਬ ਜੀ ਨੇ ਉਚੇਚੇ ਤੌਰ ਤੇ ਇੱਕ ਬਚਨ ਕਿਹਾ ਗੁਰਸਿੱਖਾਂ ਨੂੰ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਉਹ ਭਾਈ ਸ਼ਬਦ ਸਿੱਖੋ, ਬਾਣੀ ਸਿੱਖੋ, ਬਾਣੀ ਨਾਲ ਪਿਆਰ ਪਾਓ। ਸ਼ਬਦ ਸਿੱਖੋ ਦਾ ਅਰਥ ਕਿ ਸ਼ਬਦ ਨੂੰ ਸਮਝੋ, ਸ਼ਬਦ ਨੂੰ ਪੜੋ, ਰੋਜ਼ ਪੜਿਆ ਕਰੋ। ਇਹ ਸ਼ਬਦ ਜਨਮ ਤੋਂ ਲੈ ਕੇ ਮਰਨ ਤੱਕ ਹਰ ਚੀਜ਼ ਵਿੱਚ ਸਾਡਾ ਆਸਰਾ ਹੈ। ਜੇ ਸ਼ਬਦ ਨੂੰ ਸਿੱਖ ਲਓਗੇ, ਸ਼ਬਦ ਨਾਲ ਜੁੜ ਜਾਓਗੇ, ਇੱਥੇ ਵੀ ਮੁਖ ਉਜਲ ਹੋਏਗਾ, ਵਾਹਿਗੁਰੂ ਜੀ ਦੇ ਦਰ ਤੇ ਵੀ ਸੁਰਖਰੂ ਹੋ ਜਾਵਾਂਗੇ। ਇਸ ਕਰਕੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਸ਼ਬਦ ਦੇ ਰਾਹੀਂ ਜਿਹੜੇ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਗਏ, ਲਿਵਲੀਨ ਹੋ ਗਏ, ਸੇ ਰੰਗ ਚਲੂਲੇ, ਉਹ ਵਾਹਿਗੁਰੂ ਜੀ ਦੇ ਰੰਗ ਵਿੱਚ ਐਨ ਗੂੜਾ ਰੰਗ ਉਹਨਾਂ ਤੇ ਚੜ ਗਿਆ। ਚਲੂਲੇ ਦੇ ਅਰਥ ਗੂੜਾ ਰੰਗ ਚੜ ਗਿਆ। ਰਾਤੇ ਸਹਿਜ ਸੁਭਾਈ, ਤੇ ਉਹ ਸੁਤੇ ਸਿੱਧ ਹੀ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਗਏ, ਵਾਹਿਗੁਰੂ ਜੀ ਦੇ ਪਿਆਰ ਜੁੜ ਗਏ। ਉਹਨਾਂ ਨੂੰ ਕੋਈ ਉਚੇਚ ਨਹੀਂ ਕਰਨਾ ਪਿਆ, ਸਰੀਰ ਨੂੰ ਖੇਚਲ ਨਹੀਂ ਦੇਣੀ ਪਈ, ਕਸ਼ਟ ਨਹੀਂ ਝੱਲਣਾ ਪਿਆ। ਉਹ ਤੇ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜੇ। ਜੁੜਦਿਆਂ ਗੁਰ ਕਿਰਪਾ ਜੀ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਨਹੀਂ, ਪਾਣੀ 'ਚ ਅਭੇਦ ਹੋ ਜਾਂਦਾ, ਇਵੇਂ ਉਹ ਵਾਹਿਗੁਰੂ ਜੀ ਵਿੱਚ ਜਿਉਂਦੇ ਜੀ ਅਭੇਦ ਹੋ ਗਏ, ਜਿਉਂਦੇ ਜੀ ਲਿਵਲੀਨ ਹੋ ਗਏ। ਤੇ ਸਾਹਿਬ ਜੀ ਕਹਿੰਦੇ ਰਸਨਾ ਸ਼ਬਦ ਵਿਚਾਰ ਰਸ ਰਾਤੀ, ਲਾਲ ਪਈ ਰੰਗ ਲਾਈ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਕੀਤਾ, ਉਹਨਾਂ ਦੀ ਰਸਨਾ ਜਿਹੜੀ ਸੀ ਨਾ, ਗੁਰੂ ਕੇ ਸ਼ਬਦ ਦੀ ਵਿਚਾਰ ਰਾਹੀਂ ਰਸ ਵਿੱਚ ਲੀਨ ਹੋ ਗਈ, ਵਾਹਿਗੁਰੂ ਜੀ ਦੇ ਰਸ ਵਿੱਚ ਲਿਵਲੀਨ ਹੋ ਗਈ। ਲਾਲ ਪਈ ਰੰਗ ਲਾਈ, ਉਹਨਾਂ ਦੀ ਰਸਨਾ ਤੇ ਵੀ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਚੜ ਗਿਆ। ਰਸਨਾ ਤੋਂ ਵੀ ਹਰ ਵੇਲੇ ਉਹ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦੇ ਰਹਿੰਦੇ ਨੇ। ਰਾਮ ਨਾਮ ਨੇਹ ਕੇਵਲ ਜਾਣਿਆ, ਮਨ ਤ੍ਰਿਪਤਿਆ ਸ਼ਾਂਤ ਆਈ। ਉਹਨਾਂ ਨੇ ਗੁਰੂ ਕੇ ਸ਼ਬਦ ਰਾਹੀਂ ਕੇਵਲ, ਨੇਹ ਕੇਵਲ ਦਾ ਅਰਥ ਹੁੰਦਾ ਹੈ ਜੋ ਸਾਰਿਆਂ ਤੋਂ ਨਿਰਲੇਪ ਕਰ ਦੇਵੇ। ਉਹਨਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਸਿਰਫ ਸਮਝਿਆ, ਤੇ ਨਾਮ ਰਾਹੀਂ ਉਹ ਜੋ ਪਰਮਾਤਮਾ ਦੁਨੀਆ ਤੋਂ ਨਿਰਲੇਪ ਹੈ, ਦੁਨੀਆ 'ਚ ਹੈ, ਉਹਨੂੰ ਉਹਨਾਂ ਨੇ ਜਾਣ ਲਿਆ। ਉਹਨਾਂ ਦਾ ਮਨ ਤ੍ਰਿਪਤ ਗਿਆ, ਉਹਨਾਂ ਦੇ ਮਨ ਨੂੰ ਸ਼ਾਂਤੀ ਆ ਗਈ। ਦੁਨਿਆਵੀ ਤੌਰ ਤੇ ਬਹੁਤ ਮੱਲਾਂ ਮਾਰਨ ਵਾਲੇ ਨੇ, ਦੁਨਿਆਵੀ ਗਿਆਨ ਵੀ ਹੈ ਜਿਨ੍ਹਾਂ ਕੋ, ਦੁਨਿਆਵੀ ਤੌਰ ਤੇ ਪਦਾਰਥ ਵੀ ਨੇ, ਪਦਵੀਆਂ ਵੀ ਨੇ, ਪਰ ਜੇ ਆਪਾਂ ਕਹੀਏ ਕਿ ਮਨ ਦੀ ਸ਼ਾਂਤੀ ਆ ਗਈ ਹੈ ਜਾਂ ਉਹਨਾਂ ਦਾ ਮਨ ਰੱਜ ਗਿਆ, ਇਹ ਤੇ ਦਾਤ ਕਿਤੇ ਨਹੀਂ ਮਿਲੇਗੀ। ਇਹ ਚੀਜ਼ ਤਾਂ ਲੱਭਣੀ ਬੜੀ ਔਖੀ ਹੈ ਦੁਨੀਆ 'ਚ। ਜੇ ਇਹੋ ਜਿਹੇ ਰੁਤਬਿਆਂ ਤੇ ਬੈਠਿਆਂ ਦਾ ਹੀ ਮਨ ਰੱਜ ਗਿਆ ਹੈ, ਜਾਂ ਇਵੇਂ ਕਹਿ ਲਓ ਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਗਈ ਹੈ, ਫਿਰ ਤੇ ਸਾਡਾ ਇਹ ਸਮਾਜ ਬਹੁਤ ਵਧੀਆ ਬਣ ਜਾਣਾ ਚਾਹੀਦਾ ਹੈ। ਕਿਉਂਕਿ ਜਦੋਂ ਰੱਜੇ ਹੋਏ
ਜਾਂ ਸ਼ਾਂਤ ਲੋਕ ਲੋਕਾਂ ਦੀ ਅਗਵਾਈ ਕਰਨਗੇ, ਫਿਰ ਤੇ ਸਮਾਜ ਕਿਉਂ ਨਹੀਂ ਵਧੀਆ ਬਣੇਗਾ। ਪਰ ਮਸਲਾ ਹੈ ਕਿ ਅਗਵਾਈ ਤੇ ਉਹ ਕਰਦੀ ਜਿਹੜੇ ਆਪ ਹੀ ਭੁੱਖੇ ਨੇ। ਪੜ੍ਹਦੇ ਨਹੀਂ ਰੋਜ਼ ਖਬਰਾਂ ਤੁਸੀਂ, ਵੱਡੇ ਵੱਡੇ ਚੋਰਾਂ ਦੀਆਂ ਬੱਸਾਂ ਫੜੀਆਂ ਜਾ ਰਹੀਆਂ ਨੇ ਹੁਣ। ਇਸ ਕਰਕੇ ਜਿਹੜੇ ਆਪ ਹੀ ਭੁੱਖੇ ਨੇ, ਜਿਹੜੇ ਮੁਲਕ ਨੂੰ ਲੁੱਟ ਰਹੇ ਨੇ, ਉਹਨਾਂ ਦੀ ਪ੍ਰਜਾ ਕਿੱਥੋਂ ਰੱਜੇਗੀ? ਉਹ ਵੀ ਤੇ ਭੁੱਖੀ ਰਹੇਗੀ ਨਾ। ਜਥਾ ਰਾਜਾ ਤਥਾ ਪ੍ਰਜਾ, ਉਹੋ ਜਿਹੇ ਸੁਭਾਅ ਪ੍ਰਜਾ ਦਾ ਬਣ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਮਨੁੱਖ ਦਾ ਮਨ ਰੱਜ ਗਿਆ ਉਦੋਂ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਉਦੋਂ ਮਨ ਜਿਹੜਾ ਐਨ ਆਨੰਦ ਚ ਲਿਵਲੀਨ ਹੋ ਜਾਂਦਾ ਹੈ। ਪਰ ਮਨ ਰੱਜਦਾ ਉਦੋਂ ਹੈ ਜਦੋਂ ਮਨ ਗਿਆਨਵਾਨ ਹੁੰਦਾ ਹੈ, ਜਦੋਂ ਮਨ ਨੂੰ ਸੋਝੀ ਹੁੰਦੀ ਹੈ, ਵਾਹਿਗੁਰੂ ਜੀ ਦੇ ਰੰਗ ਵਿੱਚ ਜੁੜਦਾ ਹੈ। ਪੰਡਤ ਪੜ ਪੜ ਮੋਨੀ ਸਭ ਥਾਕੇ, ਭਰਮ ਭੇਖ ਥਕੇ ਭੇਖ ਤਹਾਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਵੱਡੇ ਵੱਡੇ ਪੰਡਿਤ, ਕਿਉਂਕਿ ਹਰ ਮਨੁੱਖ ਜਿਸ ਬੰਨੇ ਵੀ ਲੱਗਾ ਹੈ ਉਹਦਾ ਮਕਸਦ ਇਹੀ ਹੈ ਕਿ ਮੈਂ ਜ਼ਿੰਦਗੀ ਦੇ ਅੰਦਰ ਪਰਮ ਆਨੰਦ ਪ੍ਰਾਪਤ ਕਰ ਲਵਾਂ, ਸੁਖੀ ਹੋ ਜਾਵਾਂ, ਐਨ ਆਨੰਦਿਤ ਹੋ ਜਾਵਾਂ। ਭਾਵੇਂ ਦੁਨਿਆਵੀ ਪਾਸੇ ਕੋਈ ਲੱਗਾ ਹੋਇਆ ਹੈ ਤੇ ਭਾਵੇਂ ਧਾਰਮਿਕ ਪਾਸੇ ਕੋਈ ਲੱਗਾ ਹੋਇਆ ਹੈ। ਜਦੋਂ ਅਸੀਂ ਧਾਰਮਿਕ ਜਗਤ ਦੀ ਗੱਲ ਕਰਦੇ ਹਾਂ, ਬੜੇ ਉਹ ਲੋਕ ਨੇ ਜਿਹੜੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਨੇ, ਧਰਮ ਗ੍ਰੰਥਾਂ ਗਿਆਨ ਪ੍ਰਾਪਤ ਕਰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਪੰਡਤ ਪੜ ਪੜ ਮੋਹਨੀ ਸਭ ਥਾਕੇ। ਵੱਡੇ ਵੱਡੇ ਪੰਡਤ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ, ਪਰ ਮਨ ਨੂੰ ਸ਼ਾਂਤੀ ਨਾ ਆਈ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਸਤਿਗੁਰੂ ਜੀ ਕਹਿੰਦੇ ਜਿੰਨਾ ਮਰਜ਼ੀ ਪੜ੍ਹੀ ਜਾਓ, ਧਰਮ ਗ੍ਰੰਥ ਪੜ੍ਹ ਲਈ ਸਨ, ਪਰ ਕੇਵਲ ਪੜ੍ਹ ਲਈ ਨਹੀਂ, ਇਹ ਸਮਝਣ ਲਈ ਸਨ। ਗੁਰੂ ਬਾਣੀ ਕਿੰਨੀ ਪੜ੍ਹੀ ਹੈ, ਨਾ ਹੀ ਭੇਦ ਬੁੱਝੀਐ ਪਾਵਣਾ। ਕੇਵਲ ਪੜ੍ਹਿਆ ਨਹੀਂ, ਇਹਨੂੰ ਸਮਝਿਆ ਗੱਲ ਬਣਨੀ ਹੈ। ਸਤਿਗੁਰੂ ਜੀ ਨੇ ਪੜ੍ਹਨ ਦੀ ਗੱਲ ਕਹੀ ਹੈ, ਪੜ੍ਹਨ ਤੋਂ ਰੋਕਿਆ ਨਹੀਂ ਹੈ ਕਿਤਿਓਂ ਵੀ। ਸਤਿਗੁਰੂ ਜੀ ਕਹਿੰਦੇ ਪੜ੍ਹੋ, ਗੁਰਬਾਣੀ ਪੜ੍ਹੋ, ਧਰਮ ਗ੍ਰੰਥ ਪੜ੍ਹੋ, ਪਰ ਪੜ੍ਹ ਕੇ ਉਹਨੂੰ ਸਮਝੋ ਵੀ ਨਾ। ਜੇ ਪੜ੍ਹ ਕੇ ਅਸੀਂ ਸਮਝਾਂਗੇ ਨਹੀਂ ਤੇ ਸਾਡਾ ਮਨ ਜਿਹੜਾ ਨਾ ਉਹ ਭਟਕਣਾ ਤੋਂ ਮੁਕਤ ਨਹੀਂ ਹੋ ਸਕੇਗਾ। ਪੰਡਤ ਪੜ ਪੜ ਮੋਨੀ ਸਭ ਥਾਕੇ। ਵੱਡੇ ਵੱਡੇ ਪੰਡਤ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ। ਵੱਡੇ ਵੱਡੇ ਮੋਨੀ ਜਿਹੜੇ ਕਹਿੰਦੇ ਬੋਲਣਾ ਹੀ ਨਹੀਂ ਹੈ, ਮੌਨ ਧਾਰ ਕੇ ਬੈਠੇ ਨੇ, ਉਹ ਮੌਨ ਧਾਰ ਧਾਰ ਕੇ ਥੱਕ ਗਏ ਸਾਰੀ ਜ਼ਿੰਦਗੀ, ਪਰ ਉਹਨਾਂ ਦੇ ਮਨ ਨੂੰ ਸ਼ਾਂਤੀ ਨਾ ਆਈ। ਸਤਿਗੁਰੂ ਜੀ ਕਹਿੰਦੇ ਭਰਮ ਭੇਖ ਥਕੇ ਭੇਖ ਧਾਰੀ। ਬਹੁਤ ਲੋਕ ਨੇ ਜਿਨ੍ਹਾਂ ਨੇ ਖਾਸ ਭੇਖ ਧਾਰਨ ਕੀਤਾ ਹੋਇਆ ਹੈ। ਆਪਣੇ ਮੁਲਕ ਦੇ ਅੰਦਰ ਧਰਮ ਦੇ ਨਾਂ ਤੇ ਬਹੁਤ ਭੇਖ ਪ੍ਰਚਲਿਤ ਨੇ, ਔਰ ਇਹ ਭੇਖ ਧਾਰੀ ਵੀ ਜਿਹੜੇ ਨੇ ਭੇਖ ਕਰ ਕਰਕੇ ਥੱਕ ਗਏ, ਪਰ ਉਹਨਾਂ ਦੀ ਮਨ ਦੀ ਉਹ ਕਾਮਨਾ ਪੂਰੀ ਨਾ ਹੋਈ। ਗੁਰ ਪ੍ਰਸਾਦ ਨਿਰੰਜਨ ਪਾਇਆ, ਸੱਚ ਸ਼ਬਦ ਵਿਚਾਰੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ, ਗੁਰੂ ਕੇ ਸ਼ਬਦ ਦੀ ਵਿਚਾਰ ਆਪਣੇ ਹਿਰਦੇ 'ਚ ਵਸਾ ਲਈ, ਉਹ ਤੇ ਸੱਚ ਨੂੰ ਪ੍ਰਾਪਤ ਕਰ ਲਿਆ। ਉਹਨਾਂ ਨੇ ਤੇ ਸੱਚ ਦੇ ਵਿੱਚ ਲਿਵਲੀਨਤਾ ਪ੍ਰਾਪਤ ਕਰ ਲਈ। ਪਰ ਹੋਰ ਬੜੇ ਪੰਡਤ ਪੜ ਪੜ ਕੇ ਥੱਕ ਗਏ, ਬੜੇ ਮੋਨੀ ਜਿਹੜੇ ਸਮਾਧੀਆਂ ਲਾ ਲਾ ਕੇ ਥੱਕ ਗਏ, ਬੜੇ ਭੇਖ ਧਾਰੀ ਜਿਹੜੇ ਸਨ ਉਹ ਭੇਖ ਕਰ ਕਰਕੇ ਥੱਕ ਗਏ, ਲੇਕਿਨ ਕਿਸੇ ਨੂੰ ਉਹ ਦਾਤ ਪ੍ਰਾਪਤ ਨਾ ਹੋਈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਮੁਨੀ ਜਿਸ ਅਵਸਥਾ ਨੂੰ, ਜਿਸ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਨੇ, ਉਹ ਦਾਤ ਸਾਨੂੰ ਸਾਡੇ ਸਤਿਗੁਰੂ ਜੀ ਨੇ ਦੇ ਦਿੱਤੀ, ਘਰ 'ਚ ਬੈਠਿਆਂ ਦੇ ਦਿੱਤੀ ਹੈ। ਗੁਰਬਾਣੀ ਕਹਿੰਦੀ ਗੁਰੂ ਕੇ ਗਿਆਨ ਰਾਹੀਂ ਆਪਣੀ ਨੀਅਤ ਨੂੰ ਪਵਿੱਤਰ ਕਰ ਲਓ। ਨਾਨਕ ਘਰ ਬੈਠਿਆਂ 100 ਮਿਲੇ ਜੇ ਨੀਅਤ ਰਾਸ ਕਰੇ। ਘਰ ਬੈਠਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕੀਤੀ, ਗੁਰੂ ਦੀ ਕਿਰਪਾ ਸਦਕਾ ਉਹਨਾਂ ਨਿਰੰਜਨ ਨੂੰ ਪ੍ਰਾਪਤ ਕਰ ਲਿਆ। ਆਵਾ ਗੌਣ ਨਿਵਾਰ ਸਚ ਰਾਤੇ, ਸਾਚ ਸ਼ਬਦ ਮਨ ਭਾਇਆ। ਜਿਨ੍ਹਾਂ ਨੂੰ ਗੁਰੂ ਕਾ ਸ਼ਬਦ ਚੰਗਾ ਲੱਗਾ, ਸ਼ਬਦ ਰਾਹੀਂ ਜਿਨ੍ਹਾਂ ਦੀ ਸੱਚ ਦੇ ਨਾਲ ਸਾਂਝ ਬਣ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਵਾ ਗੌਣ ਨਿਵਾਰ ਸਚ ਰਾਤੇ। ਉਹਨਾਂ ਦਾ ਆਵਾਗਣ ਮਿਟ ਗਿਆ, ਭਰਮ ਭਟਕਣਾ ਮੁਕਤ ਹੋ ਗਏ। ਦੇਖੋ ਆਵਾਗਮਨ ਦੇ ਵਿੱਚ ਤਾਂ ਸਾਡਾ ਮਨ ਹੈ। ਹੁਣ ਅਸੀਂ ਕਈ ਵਾਰਾਂ ਬੈਠੇ ਗੁਰਦੁਆਰੇ ਹੁੰਦੇ ਹਾਂ, ਪੜ੍ਹਦੇ ਬਾਣੀ ਹੁੰਦੇ ਹਾਂ, ਜਾਂ ਕਿਤੇ ਦੁਕਾਨ ਤੇ ਹੁੰਦੇ ਹਾਂ, ਮਨ ਸਾਡਾ ਹੋਰ ਹੀ ਪਾਸੇ ਭੱਜਾ ਫਿਰਦਾ। ਇਹ ਹੈ ਆਵਾਗੌਣ। ਮਨ ਕਦੀ ਚਿੰਤਾ 'ਚ ਚਲਿਆ ਗਿਆ, ਮਨ ਕਦੀ ਖੁਸ਼ ਹੋ ਗਿਆ, ਮਨ ਕਦੀ ਈਰਖਾ 'ਚ ਆ ਗਿਆ, ਮਨ ਕਦੀ ਇੱਥੇ ਕਦੀ ਉੱਧਰ ਇੱਧਰ, ਕੰਮ ਤੋਂ ਜਿੱਥੇ ਅਸੀਂ ਬੈਠੇ ਹਾਂ ਉੱਥੋਂ ਗੈਰ ਹਾਜ਼ਰ ਹੋ ਜਾਂਦਾ। ਇਹ ਹੈ ਆਵਾਗੌਣ। ਜਿਹੜਾ ਇਹ ਆਵਾਗੌਣ ਮੁੱਕ ਜਾਏਗਾ ਨਾ, ਅਸੀਂ ਜਦੋਂ ਨਿਜ ਘਰ 'ਚ ਵਸ ਜਾਵਾਂਗੇ, ਫਿਰ ਕੋਈ ਦੁੱਖ ਨਹੀਂ ਹੈ ਜ਼ਿੰਦਗੀ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ, ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ।
निज घर महल पावो सुख सहजे बौर न होएगो फेरा। जिस काम ਲਈ ਆਏ ਹੋ, जिस वस्तु ਨੂੰ ਵਿਆਜਣ ਲਈ ਆਏ ਹੋ, वस्तु ਨੂੰ ਵਿਆਜੋ, ਉਹ वस्तु गुरु ਰਾਹੀਂ पता लगेगी। और हर गुर ते मनह बसेरा, गुरु राही ਉਹ ਦਾਤ ਸਾਨੂੰ ਮਿਲਣੀ ਹੈ, ਸਾਡੇ ਮਨ 'ਚ ਉਹ ਦਾਤ ਵਸਣੀ ਹੈ। ਜਦੋਂ ਅਸੀਂ ਨਿਜ ਘਰ 'ਚ ਵਸ ਗਏ ਨਾ, ਬੌਰ ਨਾ ਹੋਏਗੋ ਫੇਰ ਇਹ ਭਰਮ ਭਟਕਣਾ ਨਹੀਂ ਰਹੇਗੀ। ਐਸ ਸਰੀਰ ਨੂੰ ਤਿਆਗਣ ਤੋਂ ਬਾਅਦ ਕੀ ਹੋਣਾ ਹੈ ਤੇ ਵਾਹਿਗੁਰੂ ਜੀ ਜਾਣਦੇ ਨੇ ਭਾਈ। ਅਸੀਂ ਤਾਂ ਕੋਈ ਅੰਤਰਜਾਮੀ ਨਹੀਂ ਹੈ, ਨਾ ਕੋਈ ਜਾਣ ਸਕਿਆ। ਲੇਕਿਨ ਐਸ ਜ਼ਿੰਦਗੀ 'ਚ ਅਸੀਂ ਭਟਕ ਰਹੇ ਹਾਂ। ਆਪਾਂ ਅਕਸਰ ਇੱਕ ਕਹਿੰਦੇ ਜੀ ਮਰਨ ਤੋਂ ਬਾਅਦ ਆਤਮਾ ਭਟਕਦੀ ਹੈ। ਆਤਮਾ ਤੇ ਕਿਸੇ ਨੇ ਦੇਖੀ ਨਹੀਂ ਹੈ, ਆਤਮਾ ਨਜ਼ਰ ਨਹੀਂ ਆਉਂਦੀ, ਉਹ ਕਿਵੇਂ ਪਤਾ ਕਿ ਭਟਕਦੀ ਹੈ? ਇਹ ਤੇ ਜਿਉਂਦੇ ਜੀ ਭਟਕ ਰਹੇ ਆਪਾਂ। ਜੇ ਜਿਉਂਦੇ ਜੀ ਭਟਕਦੇ ਤੇ ਮਰਨ ਤੋਂ ਬਾਅਦ ਕਿਹੜਾ ਅਸੀਂ ਟਿਕਾਂਗੇ? ਫਿਰ ਤੇ ਭਟਕਾਂਗੇ ਹੀ। ਮਸਲਾ ਇਹ ਕਿ ਜਿਹੜਾ ਮਰਨ ਤੋਂ ਬਾਅਦ ਭਟਕਦਾ ਉਹ ਜਿਉਂਦਾ ਵੀ ਭਟਕਦਾ ਰਿਹਾ। ਜੇ ਜਿਉਂਦੇ ਜੀ ਨਹੀਂ ਭਟਕਾਂਗੇ ਤੇ ਫਿਰ ਤੇ ਭਟਕਣ ਦੀ ਗੱਲ ਹੀ ਕੋਈ ਨਹੀਂ ਹੈ। ਮਸਲਾ ਤੇ ਜਿਉਂਦੇ ਜੀ ਇਸ ਭਟਕਣਾ ਤੋਂ ਮੁਕਤ ਹੋਣ ਦਾ ਸੀ, ਆਵਾਗਾਉਣ ਤੋਂ ਮੁਕਤ ਹੋਣ ਦਾ ਸੀ। ਪਰ ਕਿਉਂਕਿ ਸਾਨੂੰ ਧਾਰਮਿਕ ਲੋਕਾਂ ਨੇ ਇਹ ਤੇ ਕਹਿ ਦਿੱਤਾ ਕਿ ਬੰਦਾ ਭਟਕਦਾ ਹੈ, ਜੂਨਾਂ 'ਚ ਜਾਂਦਾ ਹੈ, ਪਰ ਇਹ ਗਿਆਨ ਨਾ ਦਿੱਤਾ ਕਿ ਹੁਣ ਭਟਕ ਰਿਹਾ। ਇਹ ਗਿਆਨ ਨਾ ਦਿੱਤਾ ਕਿ ਹੁਣੇ ਇਹ ਤੇ ਉਹਨਾਂ ਜੂਨਾਂ ਦੇ ਵਿੱਚ ਭਟਕ ਰਿਹਾ, ਹੁਣੇ ਅੰਦਰੋਂ ਪਸ਼ੂ ਬਣ ਜਾਂਦਾ ਹੈ, ਹੁਣੇ ਅੰਦਰ ਅਨੇਕ ਤਰ੍ਹਾਂ ਦੇ ਔਗਣ ਇਹਦੇ ਅੰਦਰ ਵਸੇ ਹੋਏ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਆਵਾਗਾਉਣ ਨਿਵਾਰ ਸੱਚ ਨਾਤੇ, ਉਹਨਾਂ ਦਾ ਆਵਾਗਾਉਣ ਮਿਟ ਗਿਆ। ਨਿਵਾਰ ਦਾ ਅਰਥ ਹੈ ਆਵਾਗਾਉਣ ਨੂੰ ਨਿਵਾਰ ਕੇ ਮੁਕਤ ਕਰਕੇ ਉਹ ਸੱਚ ਵਿੱਚ ਲਿਵਲੀਨ ਹੋ ਗਏ। ਸਾਚ ਸ਼ਬਦ ਮਨ ਭਾਇਆ, ਜਿਨ੍ਹਾਂ ਨੂੰ ਗੁਰੂ ਕਾ ਸ਼ਬਦ ਚੰਗਾ ਲੱਗਾ, ਸ਼ਬਦ ਨਾਲ ਜਿਨ੍ਹਾਂ ਦਾ ਪਿਆਰ ਬਣ ਗਿਆ। ਸਤਿਗੁਰੂ ਸੇਵ ਸਦਾ ਸੁਖ ਪਾਈਐ, ਜਿਨ ਵਿੱਚੋਂ ਆਪ ਗਵਾਇਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਜਿਸ ਸਤਿਗੁਰੂ ਨੇ ਆਪਣੇ ਅੰਦਰੋਂ ਵੀ ਹੰਕਾਰ ਨੂੰ ਦੂਰ ਕੀਤਾ, ਤੇ ਗੁਰੂ ਦੀ ਇਹ ਵਡਿਆਈ, ਜਿਹੜਾ ਗੁਰੂ ਕੋਲ ਆਏ, ਗੁਰੂ ਉਹਦੇ ਅੰਦਰੋਂ ਅਹੰਕਾਰ ਨੂੰ ਹੀ ਦੂਰ ਕਰਦਾ। ਵਾ ਮਨੁੱਖ ਦੇ ਕੋਲ ਸਭ ਕੁਝ ਹੈ, ਪਰਮਾਤਮਾ ਵੀ ਮਨੁੱਖ ਦੇ ਅੰਦਰ ਹੈ, ਪਰ ਉਹ ਅਹੰਕਾਰ ਕਰਕੇ ਸਾਨੂੰ ਪਰਮਾਤਮਾ ਦੂਰ ਨਜ਼ਰ ਆਉਂਦਾ ਹੈ। ਗੁਰੂ ਕੀ ਬਾਣੀ ਕਹਿੰਦੀ ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰ ਪੂਰੇ ਹਉਮੈ ਭੀਤ ਤੋਰੀ। ਭੀਤ ਮੈਣਾ ਕੰਧ, ਕਰਾਰੀ ਮੈਣਾ ਕਰੜੀ ਮਜ਼ਬੂਤ। ਪਰਮਾਤਮਾ ਤੇ ਜੀਵਾਤਮਾ ਤੇ ਇੱਕੋ ਥਾਂ ਤੇ ਨੇ, ਪਰ ਅੰਦਰ ਇੱਕ ਹਉਮੈ ਦੀ ਕੰਧ ਹੈ, ਉਹਦੇ ਕਰਕੇ ਸਾਨੂੰ ਪਰਮਾਤਮਾ ਨਜ਼ਰ ਹੀ ਨਹੀਂ ਆ ਰਿਹਾ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਸਾਡੇ ਅੰਦਰੋਂ ਕੱਟੇ ਹਉਮੈ ਰੋਗ, ਇਸ ਹਉਮੈ ਦੇ ਰੋਗ ਨੂੰ ਕੱਟਦੇ ਨੇ। ਬਸ ਜਦੋਂ ਗੁਰੂ ਦੀ ਕਿਰਪਾ ਸਦਕਾ ਅੰਦਰੋਂ ਅਹੰਕਾਰ ਮਿਟ ਗਿਆ, ਸਤਿਗੁਰੂ ਜੀ ਦੇ ਬਚਨ ਕਿ ਜਿਨ ਵਿੱਚੋਂ ਆਪ ਗਵਾਇਆ, ਜਿਸ ਸਤਿਗੁਰੂ ਨੇ ਆਪਣੇ ਅੰਦਰੋਂ ਵੀ ਤੇ ਸਾਡੇ ਅੰਦਰੋਂ ਵੀ ਆਪਾ ਭਾਵ ਖਤਮ ਕਰਤਾ, ਅਹੰਕਾਰ ਮੇੜ ਦਿੱਤਾ, ਉਸ ਸਤਿਗੁਰੂ ਦੀ ਸੇਵਾ ਕਰਕੇ ਸਦਾ ਸੁਖ ਮਿਲਦਾ ਹੈ। ਸਾਨੂੰ ਸਤਿਗੁਰੂ ਜੀ ਨੇ ਜਦੋਂ ਗੁਰੂ ਦੀ ਗੱਲ ਕਹੀ ਨਾ, ਉਹਦੇ ਇੱਕ ਗੱਲ ਕੀ ਹੈ ਕਿ ਇਹੋ ਜਿਹੇ ਗੁਰੂ ਦੇ ਚਰਨਾਂ ਨਾਲ ਜੁੜੋ ਤੇ ਜਿਹੜਾ ਤੁਹਾਡੇ ਅੰਦਰੋਂ ਅਹੰਕਾਰ ਨੂੰ ਮੇਟੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਨੇ ਕਿ ਐਸਾ ਸਤਿਗੁਰੂ ਜੇ ਮਿਲੇ ਤੁਠਾ ਕਰੇ ਪਸਾਓ। ਇਹੋ ਜਿਹਾ ਗੁਰੂ, ਕਿਹੋ ਜਿਹਾ ਗੁਰੂ? ਜਿਹੜਾ ਹਰ ਨਾਮੋ ਮੰਤਰ ਦਰੜਾਈਆਂ ਦਾ ਕੱਟੇ ਹਉਮੈ ਰੋਗ। ਗੁਰੂ ਦੀ ਵਡਿਆਈ ਕਰਦੇ ਆ, ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਉਹ ਹੈ ਜਿਹੜਾ ਤੁਹਾਡੇ ਅੰਦਰੋਂ ਅਹੰਕਾਰ ਨੂੰ ਕੱਟ ਦੇਵੇ। ਹੋਰ ਕੋਈ ਪਦਾਰਥ ਕਿਸੇ ਨੇ ਨਹੀਂ ਦੇਣਾ, ਸਭ ਕੁਝ ਮਨੁੱਖ ਦੇ ਕੋਲ ਹੈ, ਸਿਰਫ ਅਹੰਕਾਰ ਤੋਂ ਮੁਕਤ ਹੋਣ ਦੀ ਲੋੜ ਹੈ। ਤੇ ਸਤਿਗੁਰੂ ਦੇ ਦਰ ਤੇ ਜਿਹੜਾ ਆਉਂਦਾ ਹੈ, ਗੁਰੂ ਉਹਦਾ ਅਹੰਕਾਰ ਕੱਟਦੇ ਨੇ। ਦੇਖੋ ਗੁਰੂ ਦੇ ਦਰ ਤੇ ਬਹੁਤਾ ਲਗਾ ਕਿਉਂ ਨਹੀਂ ਦੁਨੀਆਦਾਰੀ ਸੋਚ ਵਾਲੇ ਦਾ ਬਣਦਾ? ਉਹਦਾ ਕਾਰਨ ਹੈ ਕਿ ਗੁਰਬਾਣੀ ਸਾਨੂੰ ਅੰਦਰੋਂ ਹਉਮੈ ਤੋਂ ਮੁਕਤ ਕਰਦੀ ਹੈ। ਇਵੇਂ ਕਹਿ ਲਓ ਹਉਮੈ ਵੱਲੋਂ ਮਾਰਦੀ ਹੈ, ਪਰ ਬੰਦਾ ਹਉਮੈ ਵੱਲੋਂ ਮਰਨਾ ਨਹੀਂ ਚਾਹੁੰਦਾ। ਬੰਦਾ ਤੇ ਗੁਰਦੁਆਰੇ ਦੇ ਨਾਂ ਤੇ ਵੀ ਹੰਕਾਰ ਪਾਲਣਾ ਚਾਹੁੰਦਾ ਕਿ ਮੈਂ ਰੋਜ਼ ਗੁਰਦੁਆਰੇ ਆਉਣਾ, ਮੈਂ ਬੜਾ ਪਾਠ ਕਰਦਾ, ਮੈਂ ਸੇਵਾ ਬੜੀ ਕਰਦਾ, ਮੇਰੀ ਬੜਾ ਉੱਥੇ ਕਹਿਣਾ ਮੰਨਦੇ ਨੇ ਲੋਕ, ਮੇਰੀ ਬੜੀ ਚੱਲਦੀ ਉੱਥੇ। ਜਿੱਥੇ ਆ ਕੇ ਅਹੰਕਾਰ ਨੂੰ ਦੂਰ ਕਰਨਾ ਸੀ, ਅਸੀਂ ਤੇ ਉੱਥੇ ਆ ਕੇ ਅਹੰਕਾਰ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਹੈ ਨਾ, ਇਹ ਗੁਰੂ ਕੇ ਅਸਥਾਨ ਪਵਿੱਤਰ ਨੇ। ਗੁਰੂ ਕਾ ਗੁਰਦੁਆਰਾ ਜਿਹੜਾ ਵੀ ਹੈ, ਜਿੱਥੇ ਵੀ ਹੈ ਨਾ, ਉਹ ਪਵਿੱਤਰ ਹੈ ਭਾਈ। ਗੁਰੂ ਦਾ ਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ ਹੋ ਜਾਏ, ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋਏ, ਜਿੱਥੇ ਗੁਰੂ ਕੀ ਬਾਣੀ ਦੀ ਵਿਚਾਰ ਹੋਏ, ਜਿੱਥੇ ਸਤ ਸੰਗਤ ਜੁੜਨ ਲੱਗ ਜਾਏ, ਉਹ ਸਥਾਨ ਤੇ ਰੱਬ ਦਾ ਘਰ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਇਹ ਜੋ ਸਾਧ ਸੰਗਤ ਹੈ ਵਿੱਚ ਸੰਗਤ ਹਰ ਪ੍ਰਭ
ਵਸੇ ਜੀਓ। ਹੁਣ ਸਵਾਲ ਹੈ ਕਿ ਸਾਨੂੰ ਸਾਰਿਆਂ ਨੂੰ ਥੋੜ੍ਹੇ ਨਜ਼ਰ ਆਉਂਦਾ ਕਿ ਇੱਥੇ ਪ੍ਰਮਾਤਮਾ ਵਸਦਾ। ਇੱਥੇ ਤੇ ਜਦੋਂ ਅਸੀਂ ਵੜਦੇ ਹਾਂ ਸਾਡਾ ਤੋਰ ਚਾਲ ਹੀ ਕਈਆਂ ਦਾ ਹੋਰ ਹੀ ਤਰ੍ਹਾਂ ਦਾ ਹੁੰਦਾ ਕਿ ਜਿੱਦਾਂ ਅਸੀਂ ਨਾ ਥਾਣੇਦਾਰ ਜੇ ਬਣ ਕੇ ਆਉਂਦੇ ਹਾਂ, ਜਾਂ ਅਸੀਂ ਬੜੇ ਦਾਨੀ ਜੇ ਬਣ ਕੇ ਆਉਂਦੇ ਹਾਂ, ਜਾਂ ਅਸੀਂ ਬੜੇ ਗਿਆਨੀ ਜੇ ਬਣ ਕੇ ਆਉਂਦੇ ਹਾਂ। ਸਾਨੂੰ ਇਹ ਪ੍ਰਤੀਤ ਜਾਂ ਇਹ ਅਹਿਸਾਸ ਵਿਰਲਿਆਂ ਨੂੰ ਹੈ ਕਿ ਇਹ ਪ੍ਰਮਾਤਮਾ ਦਾ ਘਰ ਹੈ, ਇੱਥੇ ਪ੍ਰਮਾਤਮਾ ਪ੍ਰਤੱਖ ਤੌਰ ਤੇ ਪ੍ਰਗਟ ਹੈ। ਜੇ ਸਾਨੂੰ ਗਿਆਨ ਹੋਏ, ਤੁਸੀਂ ਦੇਖਦੇ ਨਹੀਂ ਆ ਸਾਡੇ ਧਰਮ ਸਥਾਨਾਂ ਤੇ ਧੱਕੇ ਮਾਰੇ ਪੈਂਦੇ, ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਕੱਲ ਪਰਸੋਂ ਦੀ ਘਟਨਾ ਪਟਨਾ ਸਾਹਿਬ ਕੀ ਵਾਪਰਿਆ। ਇੱਕ ਬੰਨੇ ਸੀ ਕਹਿੰਦੇ ਸਾਡੇ ਤਖਤ ਨੇ, ਇੱਥੇ ਕੋਈ ਆ ਕੇ ਬੋਲੇ ਨਾ, ਇਹਨਾਂ ਦੇ ਸਤਿਕਾਰ ਨੂੰ ਕਾਇਮ ਰੱਖੋ। ਸਭ ਤੋਂ ਸਤਿਕਾਰ ਨੂੰ ਖਤਮ ਤਾਂ ਕੀਤਾ ਹੀ ਪ੍ਰਬੰਧਕਾਂ ਨੇ ਆ, ਜਿਹੜੇ ਗੁਰੂ ਦੀ ਹਜ਼ੂਰੀ 'ਚ ਹੀ ਲੜੇ ਚਲੇ ਜਾਂਦੇ ਨੇ, ਧੱਕੇ ਮਾਰਦੇ ਨੇ ਇੱਕ ਦੂਜੇ ਨੂੰ, ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ। ਉਹ ਸਤਿਕਾਰ ਕਰੇ ਨੇ ਕੋਈ ਗੁਰੂ ਗ੍ਰੰਥ ਸਾਹਿਬ ਦਾ? ਸਭ ਤੋਂ ਵੱਡੇ ਗੁਰੂ ਦੇ ਦੋਖੀ ਇਹ ਲੋਕ ਨੇ ਜਿਹੜੇ ਗੁਰੂ ਦੀ ਹਜ਼ੂਰੀ 'ਚ ਆ ਕੇ ਲੜਦੇ ਨੇ। ਬਾਕੀ ਤੇ ਜਿਹੜੇ ਹੈ ਉਹਨਾਂ ਦੀ ਗੱਲ ਬਾਅਦ 'ਚ ਕਰਨੀ ਚਾਹੀਦੀ ਹੈ। ਪਤਾ ਨਹੀਂ ਕੌਮ ਕਿਉਂ ਚੁੱਪ ਰਹਿੰਦੀ ਇਹਨਾਂ ਲੋਕਾਂ ਦੇ ਲਈ। ਸਭ ਤੋਂ ਵੱਡੇ ਦੋਖੀ ਗੁਰੂ ਦੇ ਇਹ ਲੋਕ ਨੇ ਜਿਹੜੇ ਗੁਰੂ ਦੀ ਹਜ਼ੂਰੀ 'ਚ ਆਪਣੀਆਂ ਚੌਧਰਾਂ ਦੇ ਲਈ ਇੱਕ ਦੂਜੇ ਨੂੰ ਧੱਕੇ ਮਾਰਦੇ ਨੇ, ਧੱਕੇ ਖਾਂਦੇ ਨੇ, ਗਾਲੀ ਗਲੋਚ ਕਰਦੇ ਨੇ, ਪੱਗਾਂ ਲਾਉਂਦੇ ਨੇ। ਇਹਦੋਂ ਵੱਡੀ ਗੁਰੂ ਦੀ ਬੇਅਦਬੀ ਹੋ ਸਕਦੀ ਹੈ? ਕੋਈ ਤੀਜਾ ਬੰਦਾ ਸਾਡੀ ਪੱਗ ਲਾ ਦੇ ਕਿ ਜੀ ਦਸਤਾਰ ਦੀ ਬੜੀ ਬੇਇੱਜ਼ਤੀ ਹੋ ਗਈ, ਦੇਖੋ ਕਿੱਦਾਂ ਅਖਬਾਰਾਂ ਭਰ ਜਾਂਦੀਆਂ ਨੇ, ਕਿੱਦਾਂ ਅਸੀਂ ਰਸਤੇ ਜਾਮ ਕਰ ਦਿੰਦੇ ਹਾਂ, ਕਿੱਦਾਂ ਅਸੀਂ ਇਕੱਠ ਕਰਦੇ ਘੇਰੇ ਪਾਉਂਦੇ ਹਾਂ। ਤੇ ਜਦੋਂ ਆਪਣੇ ਲਾਉਂਦੇ ਉਦੋਂ ਕਿਉਂ ਨਹੀਂ ਘੇਰੇ ਪਾਉਂਦੇ ਆਪਾਂ? ਉਦੋਂ ਕਿਉਂ ਨਹੀਂ ਆਪਾਂ ਉਹ ਪੈਮਾਨਾ ਵਰਤਦੇ? ਗੁਰੂ ਦੀ ਹਜ਼ੂਰੀ 'ਚ ਕੋਈ ਵੀ ਮਨੁੱਖ ਆ ਕੇ ਰੌਲਾ ਪਾਏ, ਭਾਵੇਂ ਉਹ ਕਿੰਨੇ ਵੱਡੀ ਮਰਜ਼ੀ ਰੁਤਬੇ ਤੇ ਹੋਏ, ਉਹ ਗੁਰੂ ਦਾ ਦੁਖੀ ਹੈ, ਉਹ ਗੁਰੂ ਦੇ ਦਰ ਤੇ ਬਖਸ਼ਿਆ ਨਹੀਂ ਜਾਏਗਾ। ਉਹਦਾ ਕਾਰਨ ਸਿਰਫ ਇਹ ਹੈ ਕਿ ਇਹਨੂੰ ਅਸੀਂ ਗੁਰੂ ਦਾ ਦਰ ਨਹੀਂ ਸਮਝਦੇ। ਇਹਨੂੰ ਤੇ ਅਸੀਂ ਕਹਿੰਦੇ ਸਾਡਾ ਚੌਧਰ ਦਾ ਅੱਡਾ ਹੈ, ਇੱਥੇ ਤੇ ਸਾਡੀ ਮਲਕੀਅਤ ਹੈ, ਦੂਜਾ ਬੰਦਾ ਵੜ ਕਿਉਂ ਜਾਏ ਇੱਥੇ? ਇਸ ਕਰਕੇ ਕਿਉਂਕਿ ਸਾਨੂੰ ਇਹ ਗੁਰੂ ਦਾ ਦਰ ਨਹੀਂ ਨਜ਼ਰ ਆਉਂਦਾ, ਸਾਨੂੰ ਪਰਮਾਤਮਾ ਦੀ ਸੋਝੀ ਨਹੀਂ ਕਿ ਪਰਮਾਤਮਾ ਇੱਥੇ ਵਿਆਪਕ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੇ ਦਰ ਤੇ ਆ ਗਏ, ਜਿਨ੍ਹਾਂ ਦਾ ਮਨ ਮੰਨ ਗਿਆ, ਜਿਹਦੇ ਅੰਦਰੋਂ ਹੰਕਾਰ ਮਿਟ ਗਿਆ, ਉਹਨਾਂ ਨੇ ਤੇ ਦੇਖ ਲਿਆ ਕਿ ਗੁਰੂ ਦੇ ਦਰ ਤੇ ਆ ਕੇ ਸੁੱਖ ਹੀ ਸੁੱਖ ਉਹਨਾਂ ਨੂੰ ਮਿਲਦਾ ਹੈ। ਉਹ ਤੇ ਕਦੀ ਦੁਖੀ ਹੁੰਦੇ ਨਹੀਂ ਹੈ। ਸਾਚੇ ਸ਼ਬਦ ਸਹਿਜ ਧੁਨ ਉਪਜੇ, ਮਨ ਸਾਚੈ ਲਿਵ ਲਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਗੁਰੂ ਕੇ ਸੱਚੇ ਸ਼ਬਦ ਦੇ ਰਾਹੀਂ ਸਹਿਜ ਧੁਨ ਉਪਜੈ। ਸਹਿਜ ਧੁਨ ਦਾ ਅਰਥ ਹੈ ਕਿ ਸੁਤੇ ਸਿੱਧ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਵਾਜਾ ਵੱਜਦਾ। ਸਹਿਜ ਧੁਨ ਇੱਕ ਹੁੰਦਾ ਹੈ ਉਚੇਚ ਕਰਨਾ ਕਿਸੇ ਚੀਜ਼ ਦੇ ਲਈ, ਇੱਕ ਹੁੰਦਾ ਸੁਤੇ ਸਿੱਧ ਅੰਦਰੋਂ ਟਿਕੇ ਰਹਿਣਾ, ਹਰ ਵੇਲੇ ਲਿਵਲੀਨ ਰਹਿਣਾ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਸੇਵਾ ਕਰਕੇ, ਗੁਰੂ ਕੇ ਸ਼ਬਦ ਰਾਹੀਂ ਉਹਨਾਂ ਦੇ ਅੰਦਰ ਆਤਮਿਕ ਅਡੋਲਤਾ, ਆਤਮਿਕ ਗਿਆਨ ਦੀ ਇੱਕ ਧੁਨ ਪੈਦਾ ਹੋ ਜਾਂਦੀ ਹੈ, ਰੱਬੀ ਰੋਹ ਪੈਦਾ ਹੋ ਜਾਂਦੀ ਹੈ। ਮਨ ਸਾਚੇ ਲਿਵ ਲਾਈ, ਤੇ ਉਹਨਾਂ ਦਾ ਮਨ ਸਦਾ ਵਾਹਿਗੁਰੂ ਜੀ ਦੀ ਲਿਵ ਵਿੱਚ ਲੱਗਿਆ ਰਹਿੰਦਾ, ਜੁੜਿਆ ਰਹਿੰਦਾ। ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ। ਅਗਮ ਦਾ ਅਰਥ ਹੈ ਕਿ ਸਾਡੀ ਗਮਤਾ ਤੋਂ ਪਰੇ, ਜਿਹਨੂੰ ਅਸੀਂ ਫੜ ਨਹੀਂ ਸਕਦੇ, ਜਿਹਨੂੰ ਅੱਖਾਂ ਨਾਲ ਦੇਖ ਨਹੀਂ ਸਕਦੇ। ਅਗੋਚਰ ਜਿਹੜਾ ਸਾਡੇ ਇੰਦਰੀਆਂ ਦੇ ਗੋਚਰਾ ਨਹੀਂ ਹੈ। ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਵੱਖਰਾ ਹੈ। ਉਹ ਵਾਹਿਗੁਰੂ ਜੀ ਦੇ ਪਿਆਰ ਗੁਰਮੁਖ ਮਨ ਵਸਾਈ। ਵਾਹਿਗੁਰੂ ਜੀ ਦਾ ਉਹ ਨਾਮ ਗੁਰੂ ਦੀ ਬਖਸ਼ ਸਦਕਾ ਮਨੁੱਖ ਦੇ ਮਨ 'ਚ ਵਸ ਗਿਆ ਜਦੋਂ ਉਹ ਗੁਰੂ ਦੇ ਦਰ ਤੇ ਆਉਂਦਾ। ਹੁਣ ਏਕ ਸਮੈ ਸਭ ਜਗ ਤੋਂ ਵਰਤੈ, ਵਿਰਲਾ ਏਕ ਪਛਾਣੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਕਿਸੇ ਵਿਰਲੇ ਬੰਦੇ ਨੂੰ ਗੁਰੂ ਦੇ ਦਰ ਤੇ ਆ ਕੇ ਇਹ ਸੋਝੀ ਹੋਈ। ਵਿਰਲਾ ਦਾ ਅਰਥ ਹੈ ਕਿ ਕਿਸੇ ਵਿਰਲੇ ਨੂੰ ਗੁਰੂ ਦੇ ਦਰ ਤੇ ਆ ਕੇ ਇੱਕ ਵਾਹਿਗੁਰੂ ਜੀ ਦੇ ਨਾਲ ਜਾਣ ਪਛਾਣ ਬਣੀ, ਤੇ ਉਹ ਦੇਖਦਾ ਕਿ ਇੱਕ ਸਮੇਂ ਸਭ ਜਗਤ ਤੋਂ ਵਰਤੈ, ਕਿ ਸਾਰਾ ਜਗਤ ਜਿਹੜਾ ਹੈ ਨਾ ਇਹ ਤੇ ਵਾਹਿਗੁਰੂ ਜੀ ਦੇ ਹੁਕਮ 'ਚ ਹੀ ਵਰਤ ਰਿਹਾ। ਇਹ ਸਤਿਗੁਰੂ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ। ਵਾਹਿਗੁਰੂ ਜੀ ਦੇ ਹੁਕਮ ਵਿੱਚ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਗ ਜੋ ਮਨ ਰਹੇ ਉਦਾਸ। ਵਾਹਿਗੁਰੂ ਜੀ ਦੇ ਹੁਕਮ 'ਚ ਅਸੰਖ ਮੂਰ ਖੰਡ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਨ। ਇਹ ਸਾਰਾ ਜਗਤ ਵਾਹਿਗੁਰੂ ਜੀ ਦੇ ਹੁਕਮ ਵਿੱਚ ਵਰਤ ਰਿਹਾ ਹੈ। ਇਹ ਉਹਨਾਂ ਨੂੰ ਸੋਝੀ ਹੋ ਗਈ ਜਿਨ੍ਹਾਂ ਨੇ ਗੁਰੂ ਦੇ ਦਰ ਤੇ ਆ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਪਛਾਣ ਲਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਮਰੇ ਤਾਂ ਸਭ ਕੇ ਸੁਝੈ, ਅਨੰਦਨ ਏਕੋ ਜਾਣੇ। ਜਿਹੜੇ ਗੁਰੂ ਕੇ ਸ਼ਬਦ ਰਾਹੀਂ ਆਪਣੀ ਮਨ ਦੀ ਮਤ ਵੱਲੋਂ ਮਰ ਜਾਂਦੇ ਹਨ। ਇੱਕ ਤੇ ਸਰੀਰ ਜਦੋਂ ਸਾਡਾ ਵਿਛੜਦਾ ਹੈ ਆਤਮਾ ਦੇ ਨਾਲੋਂ, ਅਸੀਂ ਉਹਦਾ ਨਾਮ ਮੌਤ ਰੱਖਿਆ। ਦਰਅਸਲ ਉਹ ਮੌਤ ਤੋਂ ਇਲਾਵਾ ਹੋਰ ਮੌਤ ਹੈ। ਇੱਕ ਹੈ ਮਨ ਦੀ ਮਤ ਵੱਲੋਂ ਮਰਨਾ,
ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਸ਼ਬਦ ਮਰੋ ਫਿਰ ਜੀਵੋ ਸਾਦੀ। ਗੁਰੂ ਦੇ ਦਰ ਤੇ ਆ ਕੇ ਮਨ ਦੀ ਮਤ ਵੱਲੋਂ ਮਰ ਜਾਓ, ਹਉਮੈ ਵੱਲੋਂ ਮਰ ਜਾਓ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਕਿਤੇ ਇਹ ਮਰਨਾ ਆ ਜਾਏ ਨਾ, ਫਿਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਸ ਹੰਕਾਰ ਵੱਲੋਂ ਮਰਨ ਤੋਂ ਬਾਅਦ ਹੀ ਪਰਮ ਆਨੰਦ ਮਿਲਦਾ ਹੈ। ਭਗਤ ਜੀ ਕਹਿੰਦੇ ਮੈਨੂੰ ਇਹ 'ਚ ਤੇ ਬੜਾ ਆਨੰਦ ਹੈ, ਲੇਕਿਨ ਜਗਤ ਇਧਰੋਂ ਨਹੀਂ ਮਰਨਾ ਚਾਹੁੰਦਾ, ਹੰਕਾਰ ਨੂੰ ਨਹੀਂ ਛੱਡਣਾ ਚਾਹੁੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਮੌਤ ਹੈ ਜਿਹਨੂੰ ਆਪਾਂ ਕਹਿੰਦੇ ਅਹੰਕਾਰ ਵੱਲੋਂ ਮਰਨਾ, ਇੱਕ ਮੌਤ ਹੈ ਜਿਹਨੂੰ ਆਪਾਂ ਸਰੀਰਕ ਤੌਰ ਤੇ ਮਰਨ ਦੀ ਗੱਲ ਕਰਦੇ ਹਾਂ। ਤੇ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਦਰ ਤੇ ਆਏ, ਸ਼ਬਦ ਮਰੇ ਤਾਂ ਸਭ ਕੇ ਸੁਝੈ। ਗੁਰੂ ਕੇ ਸ਼ਬਦ ਰਾਹੀਂ ਜਦੋਂ ਮਨ ਦੀ ਮੱਤ ਵੱਲੋਂ ਮਰ ਗਏ ਨਾ, ਫਿਰ ਉਹਨਾਂ ਨੂੰ ਸਾਰੀ ਸੋਝੀ ਪ੍ਰਾਪਤ ਹੋ ਗਈ, ਉਹਨਾਂ ਨੂੰ ਹਰ ਚੀਜ਼ ਦਾ ਗਿਆਨ ਪ੍ਰਾਪਤ ਹੋ ਗਿਆ, ਉਹਨਾਂ ਅੰਦਰ ਇੰਨਾ ਗਿਆਨ ਪ੍ਰਚੰਡ ਹੋ ਗਿਆ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ ਆਪਾਂ ਜਪਜੀ ਸਾਹਿਬ ਜੀ ਵਿੱਚ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਉੱਥੇ ਜਾ ਕੇ ਬੰਦਾ ਕੀ ਦੇਖਦਾ ਹੈ, ਕੇਤੇ ਕਾਨ ਮਹੇਸ਼, ਕੇਤੀ ਅਖਾਣੀ, ਕੇਤੀ ਬਾਣੀ, ਕੇਤੇ ਪਾਤ ਨਰਿੰਦ, ਕੇਤੀ ਸੁਰਤੀ ਸੇਵ, ਕੇਤੇ ਨਾਨਕ ਅੰਤ ਅਨੰਤ। ਉਹ ਦੇਖਦਾ ਕਿ ਇਹ ਵਾਹਿਗੁਰੂ ਜੀ ਦੀ ਜਿਤਨੀ ਸਮੁੱਚੀ ਰਚਨਾ ਹੈ ਇਹ ਬੇਅੰਤ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਅਹੰਕਾਰ ਹੈ, ਉਹਨਾਂ ਚਿਰ ਸਿਰਫ ਉਹਨੂੰ ਆਪਣਾ ਆਪ ਨਜ਼ਰ ਆਉਂਦਾ ਹੈ, ਆਪਣਾ ਘਰ ਨਜ਼ਰ ਆਉਂਦਾ ਹੈ, ਆਪਣਾ ਕਾਰੋਬਾਰ ਨਜ਼ਰ ਆਉਂਦਾ ਹੈ, ਆਪਣਾ ਪਰਿਵਾਰ ਨਜ਼ਰ ਆਉਂਦਾ ਹੈ। ਇਹਦੋਂ ਅੱਗੇ ਨਹੀਂ ਉਹ ਵੱਧਦਾ, ਆਪਣੇ ਤੱਕ ਹੀ ਉਹ ਸੀਮਤ ਰਹਿੰਦਾ ਹੈ। ਉਹ ਜਿਵੇਂ ਕੋਈ ਬੰਦਾ ਖੂਹ 'ਚ ਨਹੀਂ ਡਿੱਗ ਪੈਂਦਾ, ਖੂਹ 'ਚ ਵਿੱਚੇ ਡੱਗੇ ਹੋਏ ਬੰਦੇ ਨੂੰ ਖੂਹ ਤੋਂ ਬਿਨਾਂ ਹੋਰ ਕੁਝ ਨਹੀਂ ਨਜ਼ਰ ਆਉਂਦਾ, ਖੂਹ ਤੱਕ ਹੀ ਉਹਦੀ ਨਜ਼ਰ ਜਾਂਦੀ, ਇਹਦੋਂ ਅੱਗੇ ਨਹੀਂ ਜਾਂਦੀ। ਮਨੁੱਖ ਮਾਇਆ ਦੇ ਅੰਨੇ ਖੂਹ 'ਚ ਡਿੱਗ ਪਿਆ, ਇਹਨੂੰ ਆਪਣੇ ਤੋਂ ਬਿਨਾਂ ਹੋਰ ਕੁਝ ਨਹੀਂ ਸਮਝ ਆਉਂਦੀ, ਆਪਣੇ ਸਵਾਰਥ ਤੱਕ ਹੀ ਜੁੜਿਆ ਰਹਿੰਦਾ, ਪਰਿਵਾਰ ਤੱਕ ਜੁੜਿਆ ਰਹਿੰਦਾ, ਆਪਣੇ ਕਾਰੋਬਾਰ ਤੱਕ ਜੁੜਿਆ ਰਹਿੰਦਾ। ਪਰ ਜਦੋਂ ਗੁਰੂ ਕੇ ਸ਼ਬਦ ਦੇ ਰਾਹੀਂ ਅੰਦਰੋਂ ਮਨ ਦੀ ਮੱਤ ਵੱਲੋਂ ਮਰ ਗਿਆ, ਫਿਰ ਸਭ ਕੇ ਸੁਝੈ, ਫਿਰ ਇਹਨੂੰ ਸਮੁੱਚੀ ਕਾਇਨਾਤ ਦਾ ਗਿਆਨ ਹੋ ਜਾਂਦਾ ਹੈ। ਫਿਰ ਤੇ ਉਹਦੇ ਅੰਦਰ ਇੱਕ ਗਿਆਨ ਦੀ ਹਨੇਰੀ ਹੁੰਦੀ ਹੈ, ਉਹਦੇ ਅੰਦਰੋਂ ਇਹ ਔਗਣ ਸਾਰੇ ਉੱਡ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਇਸ ਕਰਕੇ ਉਹ ਦੇਖਦਾ ਕਿ ਇਹ ਧਰਤੀ ਤੇ ਜੋ ਕੁਝ ਵੀ ਹੈ ਬੇਅੰਤ ਹੀ ਹੈ, ਬਹੁਤ ਕੁਝ ਹੈ। ਫਿਰ ਅਨ ਦਿਨ ਏਕੋ ਜਾਣੈ, ਅਨ ਦਿਨ ਦਾ ਅਰਥ ਹੈ ਕਿ ਹਰ ਵੇਲੇ ਹਰ ਰੋਜ਼ ਕੇਵਲ ਇੱਕ ਪਰਮਾਤਮਾ ਨੂੰ ਹੀ ਉਹ ਜਾਣਦਾ, ਪਰਮਾਤਮਾ ਨਾਲ ਜੁੜਿਆ ਰਹਿੰਦਾ। ਸਾਹਿਬ ਜੀ ਕਹਿੰਦੇ ਜਿਸ ਨੂੰ ਨਦਰ ਕਰੇ ਸੋਈ ਜਨ ਬੂਝੈ, ਹੋਰ ਕਹਿਣਾ ਕਥਨ ਨਾ ਜਾਈ। ਭਾਈ ਜਿਹਦੇ ਤੇ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹੀ ਮਨੁੱਖ ਜਿਹੜਾ ਇਸ ਗੱਲ ਨੂੰ ਜਾਣਦਾ ਹੈ। ਹੋਰ ਮਨੁੱਖ ਜਿਹੜੇ ਨੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਸਮਝ ਨਹੀਂ ਸਕਦੇ। ਬਥੇਰੇ ਨੇ ਜਪ ਤਪ ਕਰਨ ਵਾਲੇ, ਬਥੇਰੇ ਨੇ ਹੋਰ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ, ਹੱਠ ਕਰਨ ਵਾਲੇ, ਭੇਖ ਕਰਨ ਵਾਲੇ, ਪਰ ਜਿਹਦੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਉਹ ਇਸ ਗੱਲ ਨੂੰ ਸਮਝਦਾ ਹੈ, ਹੋਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਨਾਨਕ ਨਾਮ ਰਤੇ ਬੈਰਾਗੀ, ਨਾਨਕ ਨਾਮ ਰਤੇ ਸਦਾ ਬੈਰਾਗੀ, ਏਕ ਸ਼ਬਦ ਲਿਵ ਲਾਈ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਵਿੱਚ ਰੰਗੇ ਗਏ, ਨਾਮ ਦੇ ਮੰਮੇ ਨੂੰ ਸਿਆਰੀ, ਨਾਮ ਵਿੱਚ ਜਿਹੜੇ ਰੰਗੇ ਗਏ, ਸਦਾ ਬੈਰਾਗੀ, ਉਹ ਇਸ ਜਗਤ ਵਿੱਚ ਰਹਿੰਦੇ ਆ। ਸਦਾ ਵੈਰਾਗੀ, ਇੱਕ ਵੈਰਾਗੀਆਂ ਦਾ ਮਤ ਵੀ ਹੈ ਆਪਣੇ ਮੁਲਕ ਅੰਦਰ, ਜਿਹੜੇ ਘਰ-ਬਾਰ ਛੱਡ ਕੇ ਖਾਸ ਲਿਬਾਸ ਪਾ ਕੇ ਘਰ ਤੋਂ ਬਾਹਰ ਰਹਿੰਦੇ, ਉਹ ਵੈਰਾਗੀ ਨਹੀਂ। ਵੈਰਾਗੀ ਦਾ ਅਰਥ ਹੁੰਦਾ ਹੈ ਨਿਰਲੇਪ ਹੋ ਜਾਣਾ, ਜਿਵੇਂ ਕਮਲ ਪਾਣੀ ਤੋਂ ਵੈਰਾਗੀ ਰਹਿੰਦਾ, ਉੱਚਾ ਉੱਠਿਆ ਰਹਿੰਦਾ, ਰਹਿੰਦਾ ਪਾਣੀ 'ਚ ਹੀ ਹੈ। ਇਵੇਂ ਸੰਸਾਰ 'ਚ ਰਹਿੰਦੇ ਆ, ਸੁਰਤ ਮੋਹ ਮਾਇਆ ਤੋਂ ਉੱਚੀ ਉੱਠ ਜਾਣੀ, ਇਹ ਵੈਰਾਗ ਹੈ। ਭਾਵ ਹਰਖ ਸੋਗ ਤੋਂ ਮੁਕਤ ਹੋ ਜਾਣਾ, ਦੁੱਖ ਸੁੱਖ ਦੇ ਅਸਰ ਤੋਂ ਨਿਰਲੇਪ ਹੋ ਜਾਣਾ, ਇਹਨੂੰ ਵੈਰਾਗ ਕਿਹਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਵਿੱਚ ਰੰਗੇ ਗਏ ਉਹ ਸਦਾ ਵੈਰਾਗੀ ਰਹਿੰਦੇ ਨੇ। ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਦੀ ਇੱਕ ਸ਼ਬਦ ਦੇ ਨਾਲ ਲਿਵ ਲੱਗ ਗਈ, ਜਿਹੜੇ ਇੱਕ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਗਏ, ਉਹ ਸਦਾ ਵੈਰਾਗੀ ਰਹਿੰਦੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਗੁਰੂ ਕੇ ਸ਼ਬਦ ਨਹੀਂ ਮਿੱਠਾ ਲੱਗਦਾ ਹੈ ਨਾ, ਉਹ ਨਾਮ ਇਹਨਾਂ ਦੇ ਅੰਦਰੋਂ ਸਾਰੇ ਪਾਪਾਂ ਦੀ ਮੈਲ ਨੂੰ ਕੱਟ ਦਿੰਦਾ ਹੈ। ਉਹ ਫਿਰ ਜਿੱਧਰ ਦੇਖਦੇ ਨੇ ਉਧਰ ਹੀ ਪਰਮਾਤਮਾ ਨਜ਼ਰ ਆਉਂਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਹੋਰ ਬੜੇ ਯਤਨ ਦੁਨੀਆ ਦੇ ਲੋਕ ਕਰਦੇ ਨੇ, ਜਪ ਤਪ ਕਰਦੇ ਨੇ, ਹੱਠ ਕਰਦੇ ਨੇ, ਧਰਮ ਗ੍ਰੰਥ ਪੜ੍ਹਦੇ ਨੇ, ਹੋਰ ਬਹੁਤ ਕੁਝ ਕਰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕੇਵਲ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਰਾਹੀਂ ਆਪਣੇ ਅੰਦਰੋਂ ਅਹੰਕਾਰ ਨੂੰ ਮਿਟਿਆ, ਜਿਹੜੇ ਅੰਦਰੋਂ ਭਟਕਣਾ ਤੋਂ ਮੁਕਤ ਹੋ ਗਏ,
ਉਹਨਾਂ ਦੀ ਸੁਰਤ ਵਾਹਿਗੁਰੂ ਜੀ ਦੇ ਨਾਮ ਵਿੱਚ ਲੱਗ ਗਈ, ਉਹਨਾਂ ਨੂੰ ਨਾਮ ਮਿੱਠਾ ਲੱਗਿਆ। ਜਿਉਂ-ਜਿਉਂ ਨਾਮ ਨਾਲ ਪਿਆਰ ਬਣਿਆ ਤਿਉਂ-ਤਿਉਂ ਉਹ ਨਾਮ ਵਿੱਚ ਲਿਵਲੀਨ ਹੋ ਗਏ, ਰੰਗੇ ਗਏ, ਜੁੜ ਗਏ। ਤੇ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਉਹ ਜੁੜੇ ਰਹਿੰਦੇ ਨੇ। ਇਹ ਨਹੀਂ ਹੈ ਕਿ ਪਰਮਾਤਮਾ ਨਾਲ ਇੱਕ ਵਾਰੀ ਜੁੜੇ ਤੇ ਮੁੜ ਕੇ ਜੁੜੇ ਨਹੀਂ। ਜਿਵੇਂ ਆਮ ਅਸੀਂ ਸੁਣਦੇ ਹਾਂ ਕਿ ਫਲਾਣੇ ਨੂੰ ਇੱਕ ਵਾਰੀ ਰੱਬ ਮਿਲਿਆ, ਇੱਕ ਵਾਰੀ ਰੱਬ ਦੇ ਦਰਸ਼ਨ ਹੋਏ। ਰੱਬ ਕੋਈ ਵਿਅਕਤੀ ਨਹੀਂ ਹੈ, ਵਸਤੂ ਨਹੀਂ ਹੈ। ਰੱਬ ਤਾਂ ਨੂਰ ਹੈ, ਰੱਬ ਤਾਂ ਪ੍ਰਕਾਸ਼ ਹੈ, ਰੱਬ ਤਾਂ ਇੱਕ ਪਾਵਰ ਹੈ। ਜਦੋਂ ਕੋਈ ਮਨੁੱਖ ਉਹਦੇ 'ਚ ਲਿਵਲੀਨ ਹੋ ਜਾਏ ਫਿਰ ਉਹਦੇ ਵਿੱਚ ਹੀ ਲਿਵਲੀਨ ਹੁੰਦਾ। ਜਿਵੇਂ ਕੋਈ ਬੂੰਦ ਸਮੁੰਦਰ 'ਚ ਡਿੱਗ ਜਾਏ ਉਹ ਸਮੁੰਦਰ ਦਾ ਰੂਪ ਬਣ ਜਾਂਦੀ ਹੈ। ਇਵੇਂ ਕੋਈ ਮਨੁੱਖ ਗੁਰੂ ਕੇ ਗਿਆਨ ਰਾਹੀਂ ਜਦੋਂ ਆਪਣੇ ਅੰਦਰੋਂ ਮਨ ਮਤ ਤੋਂ, ਅਹੰਕਾਰ ਵਾਲੀ ਮਤ ਤੋਂ ਮੁਕਤ ਹੋ ਕੇ ਵਾਹਿਗੁਰੂ ਜੀ ਦੇ ਨਾਮ ਨਾਲ ਪਿਆਰ ਪਾ ਲੈਂਦਾ, ਜਿਹਨੂੰ ਨਾਮ ਮਿੱਠਾ ਲੱਗਦਾ, ਗੁਰੂ ਕੇ ਸ਼ਬਦ ਰਾਹੀਂ ਜਿਹਨੂੰ ਸੋਝੀ ਹੁੰਦੀ ਹੈ, ਸਤਿਗੁਰੂ ਜੀ ਕਹਿੰਦੇ ਉਹ ਸਹਿਜੇ ਹੀ ਵਾਹਿਗੁਰੂ ਜੀ ਵਿੱਚ ਲਿਵਲੀਨ ਰਹਿੰਦਾ। ਉਹ ਹਰ ਪਾਸੇ ਜਿੱਧਰ ਦੇਖਦਾ ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਹਰ ਵੇਲੇ ਉਹ ਪਰਮਾਤਮਾ ਦੇ ਰੰਗ ਵਿੱਚ ਜੁੜ ਕੇ ਜ਼ਿੰਦਗੀ ਦਾ ਆਨੰਦ ਮਾਣਦਾ ਹੈ। ਪਰ ਉਹ ਜਿਹੜਾ ਗੁਰੂ ਕੇ ਸ਼ਬਦ ਰਾਹੀਂ ਆਪਣੇ ਅੰਦਰੋਂ ਅਹੰਕਾਰ ਤੋਂ ਮੁਕਤ ਹੁੰਦਾ ਹੈ। ਸਤਿਗੁਰੂ ਜੀ ਨੇ ਸਾਨੂੰ ਵੀ ਵਾਰੰਵਾਰ ਗੁਰੂ ਸ਼ਬਦ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ, ਬਾਣੀ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ। ਰੋਜ਼ ਬਾਣੀ ਪੜ੍ਹਿਆ ਕਰੀਏ, ਰੋਜ਼ ਬਾਣੀ ਨੂੰ ਵਿਚਾਰਿਆ ਕਰੀਏ। ਜਿਉਂ-ਜਿਉਂ ਬਾਣੀ ਨੂੰ ਪੜ੍ਹਾਂਗੇ, ਜਿਉਂ-ਜਿਉਂ ਬਾਣੀ ਨੂੰ ਪੜ੍ਹਾਂਗੇ, ਅਸੀਂ ਤੇ ਬਹੁਤ ਹੀ ਵਡਭਾਗੀ ਹਾਂ। ਸਾਨੂੰ ਇੰਨੀ ਮਹਾਨ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਭਾਈ ਬਾਣੀ ਪੜ੍ਹਨਾ ਵੀ ਵਾਹਿਗੁਰੂ ਜੀ ਦਾ ਸਿਮਰਨ ਹੈ। ਸਿਮਰਨ ਦਾ ਅਰਥ ਹੁੰਦਾ ਯਾਦ, ਚੇਤੇ ਕਰਨਾ ਕਿਸੇ ਨੂੰ। ਸਿਮਰਨ ਦਾ ਅਰਥ ਹੈ ਯਾਦ। ਤੇ ਜਦੋਂ ਗੁਰਬਾਣੀ ਪੜ੍ਹਦੇ ਹਾਂ, ਸਾਡੀ ਸੁਰਤ ਗੁਰਬਾਣੀ ਦੇ ਅਰਥਾਂ ਲੱਗ ਜਾਏ, ਆਪਣੇ ਆਪ ਹੀ ਰੱਬ ਵਾਲੇ ਬੰਨੇ ਲੱਗ ਜਾਂਦੀ ਹੈ। ਪਰਮਾਤਮਾ ਦੇ ਪਿਆਰ ਵਿੱਚ ਲਿਵਲੀਨ ਹੋਣ ਦਾ ਸਭ ਤੋਂ ਸੌਖਾ ਤਰੀਕਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਜਿਹੜਾ ਜੀ ਕਰਕੇ ਬਾਣੀ ਨੂੰ ਜਾਣ ਲਏ ਉਹਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਗੁਰਬਾਣੀ ਨਾਲ ਸਾਡਾ ਪਿਆਰ ਬਣੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਗਰੀਬ ਨਿਵਾਸ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ। ਪਿਆਰ ਸਹਿਤ ਸਾਰੇ ਹੀ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।